ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾ। ਵਾਹਿਗੁਰੂ ਜੀ ਪੈਰੋਂ ਮਹਿਲਾ ਪੰਜਵਾਂ ਲੇਪ ਨਾ ਲਾਗੋ ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਲੇਪ ਨਾ ਲਾਗੋ ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ। ਰਹਾਉ ਆਪਣਾ ਖਸਮ ਜਨ ਆਪ ਧਿਆਇਆ ਇਆਣਾ ਪਾਪੀਓ ਆਪ ਪਚਾਇਆ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਅਤੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤ ਸੰਗਤ ਵਿੱਚ ਬੈਠ ਕੇ ਆਪ ਜੀ ਨੇ ਆਪਣੇ ਜੀਵਨ ਦੀਆਂ ਇਹ ਘੜੀਆਂ ਸਫਲ ਬਣਾਈਆਂ ਨੇ। ਗੁਰੂ ਸਾਹਿਬ ਜੀ ਨੇ ਆਤਮਿਕ ਤੌਰ 'ਤੇ ਉੱਚੇ ਉੱਠਣ ਦੇ ਲਈ, ਆਤਮਿਕ ਸੁੱਖ ਮਾਣਨ ਦੇ ਲਈ ਜੋ ਮਹਾਨ ਉੱਤਮ ਦਾਤਾਂ ਸਾਨੂੰ ਬਖਸ਼ੀਆਂ ਨੇ, ਉਹਨਾਂ 'ਚ ਸਭ ਤੋਂ ਮਹਾਨ ਉੱਤਮ ਦਾਤ ਹੈ ਗੁਰਬਾਣੀ ਦਾ ਕੀਰਤਨ ਅਤੇ ਸਤ ਸੰਗਤ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੜੇ ਪਿਆਰੇ ਬਚਨ ਸੋਠ ਰਾਗ ਵਿੱਚ ਅਕਸਰ ਅਸੀਂ ਪੜ੍ਹਦੇ ਸੁਣਦੇ ਰਹਿੰਦੇ ਹਾਂ ਕਿ ਕੋਈ ਧਰਮ ਗ੍ਰੰਥਾਂ ਦਾ ਪਾਠ ਕਰ ਲਏ, ਉਹਨਾਂ ਦੀ ਵਿਚਾਰ ਕਰ ਲਏ, ਜੋਗੀਆਂ ਵਾਲੇ ਸਾਧਨ ਕਰ ਲਏ, ਕੋਈ ਭਾਵੇਂ ਭੁੱਖਾ ਰਹੀ ਜਾਏ, ਕੋਈ ਭਾਵੇਂ ਜੰਗਲਾਂ 'ਚ ਫਿਰੀ ਜਾਏ, ਕੋਈ ਨਿਰਵਸਤਰ ਹੋ ਕੇ ਫਿਰਦਾ ਰਹੇ, ਨੰਗੇ ਪੈਰੀਂ ਫਿਰਦਾ ਰਹੇ, ਤੀਰਥਾਂ ਦਾ ਰਟਨ ਕਰਦਾ ਰਹੇ, ਵੱਡੇ ਵੱਡੇ ਜੱਗ ਕਰਦਾ ਰਹੇ, ਜੱਗ ਕਰਕੇ ਆਪਣੇ ਆਪ ਨੂੰ ਜੱਗ ਦੀ ਅੱਗ ਵਿੱਚ ਭਾਵੇਂ ਸਾੜ ਦੇਵੇ, ਹੋਰ ਬਹੁਤ ਕੁਝ ਕਰ ਲਏ। ਸਾਹਿਬ ਜੀ ਕਹਿੰਦੇ ਪਿਆਰੇ ਇਨ ਵਿਧ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ। ਇਹਨਾਂ ਵਿਧੀਆਂ ਦੇ ਨਾਲ ਪਰਮ ਪਿਤਾ ਪ੍ਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਬਹੁਤ ਲੋਕ ਕਰਮ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਦੇਖੇ ਆ ਬੜੇ ਕਰ ਰਹੇ ਨੇ,
ਇੱਕੋ ਇੱਕ ਸਾਧਨ ਹੈ ਕਿ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਵਾਹਿਗੁਰੂ ਜੀ ਦੇ ਦਰ ਤੇ ਡਿੱਗ ਕੇ ਅਰਦਾਸ ਬੇਨਤੀ ਕੀਤੀ ਕਿ ਸਾਨੂੰ ਵਿਵੇਕ ਮਤ ਦਿਓ, ਸੋਝੀ ਦਿਓ। ਪਰਮਾਤਮਾ ਦੇ ਨਾਲ ਸਾਡੀ ਸਾਂਝ ਬਣਨੀ ਹੈ ਵਿਵੇਕ ਮਤ ਰਾਹੀਂ, ਗਿਆਨ ਦੇ ਰਾਹੀਂ। ਧਰਮ ਹੈ ਹੀ ਗਿਆਨ। ਜੇ ਬਾਹਰੀ ਕਰਮ ਕਰਦਿਆਂ ਮਨੁੱਖ ਦੇ ਅੰਦਰ ਗਿਆਨ ਨਹੀਂ ਹੋਇਆ ਤੇ ਉਹ ਕਰਮ ਸਾਰੇ ਸਾਰਥਕ ਨਹੀਂ ਹੋ ਸਕਦੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਗਿਆਨ ਤਹਿ ਧਰਮ ਹੈ। ਧਰਮ ਉੱਥੇ ਹੈ ਜਿੱਥੇ ਗਿਆਨ ਹੈ। ਗਿਆਨਵਾਨ ਮਨੁੱਖ ਹੀ ਦਰਅਸਲ ਧਰਮੀ ਹੋ ਸਕਦਾ। ਗਿਆਨ ਦਾ ਅਰਥ ਬਾਹਰਲੀ ਜਾਣਕਾਰੀ ਨਹੀਂ ਹੈ, ਇਨਫੋਰਮੇਸ਼ਨ ਨਹੀਂ ਹੈ। ਗਿਆਨ ਦਾ ਅਰਥ ਕਿ ਆਤਮਿਕ ਜੀਵਨ ਦੀ ਸੋਝੀ। ਗੁਰੂ ਦੀ ਹਜ਼ੂਰੀ ਚ ਆ ਕੇ ਸਾਹਿਬ ਕਹਿੰਦੇ ਅਰਦਾਸ ਕਰੀਏ ਕਿ ਦੀਜੈ ਬੁੱਧ ਵਿਵੇਕਾ। ਜਦੋਂ ਮਨੁੱਖ ਦੇ ਕੋਲ ਵਿਵੇਕ ਮਤ ਨਾ ਹੋਵੇ, ਹੋਰ ਜੋ ਕੁਝ ਮਰਜ਼ੀ ਕਰੀ ਜਾਏ, ਉਹ ਜ਼ਿੰਦਗੀ ਅੰਦਰ ਸੁਖੀ ਨਹੀਂ ਹੋ ਸਕਦਾ। ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਇਹ ਪ੍ਰਮਾਤਮਾ ਅਸੀਂ ਤੇ ਅਗਿਆਨਤਾ ਦੇ ਨਾਲ ਹੀ ਪਿਆਰ ਪਾਇਆ ਹੋਇਆ। ਦੇਖਾ ਦੇਖੀ ਕਰਮ ਕਰਨ ਨੂੰ ਧਰਮ ਨਹੀਂ ਕਿਹਾ ਜਾਂਦਾ। ਧਰਮ ਦਾ ਅਰਥ ਹੈ ਕਿ ਜ਼ਿੰਦਗੀ ਦੇ ਅੰਦਰ ਉਹ ਕਰਮ ਕਰਨੇ ਜਿਹਦੇ ਨਾਲ ਸਾਨੂੰ ਆਤਮਿਕ ਸੁੱਖ ਮਿਲੇ, ਅਸੀਂ ਆਤਮਿਕ ਤੌਰ ਤੇ ਉੱਚੇ ਉੱਠ ਸਕੀਏ, ਸਾਡੇ ਕਿਰਦਾਰ ਅੰਦਰ ਕੋਈ ਨਾ ਕੋਈ ਉਸਾਰੀ ਹੋਵੇ। ਤੇ ਭਗਤ ਜੀ ਕਹਿੰਦੇ ਅਸੀਂ ਤੇ ਅਗਿਆਨਤਾ ਨੂੰ ਜਫਾ ਮਾਰਿਆ ਹੋਇਆ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਸਾਡਾ ਉਹ ਵਿਵੇਕ ਦਾ ਦੀਵਾ ਜਿਹੜੇ ਮੈਲਾ ਹੋ ਗਏ। ਜਿਵੇਂ ਲੈਂਪ ਜਗਦੀ ਹੈ, ਲੈਂਪ ਜਗਦਿਆਂ ਸ਼ੀਸ਼ਾ ਮੈਲਾ ਹੋ ਜਾਂਦਾ ਹੈ, ਲੈਂਪ ਦੀ ਲਾਈਟ ਬਾਹਰ ਨਹੀਂ ਆਉਂਦੀ, ਅੰਦਰ ਵੀ ਜੋਤ ਨਜ਼ਰ ਨਹੀਂ ਆਉਂਦੀ। ਜਦੋਂ ਉਹਨੂੰ ਸਾਫ਼ ਕੀਤਾ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਹਰ ਮਨੁੱਖ ਦੇ ਅੰਦਰ ਰੱਬੀ ਜੋਤ ਹੈ, ਹਰ ਮਨੁੱਖ ਦੇ ਅੰਦਰ ਸੁੱਖਾਂ ਦਾ ਸਮੁੰਦਰ ਹੈ, ਹਰ ਮਨੁੱਖ ਦੇ ਅੰਦਰ ਬੇਅੰਤ ਅਨੰਤ ਹੀਰੇ ਰਤਨ ਜਵਾਹਰ ਮਾਣਕ ਭਰੇ ਪਏ ਨੇ। ਪਰ ਕਿਉਂਕਿ ਵਿਵੇਕ ਦੀਪ ਮਲੀਨ, ਉਹ ਮਤ ਜਿਹਦੇ ਰਾਹੀਂ ਅਸੀਂ ਅੰਦਰ ਸੋਝੀ ਪਾਉਣੀ, ਉਹ ਤੇ ਮਤ ਮੈਲੀ ਹੋਈ ਬੈਠੀ ਹੈ ਸਾਡੀ। ਸੱਤ ਅਸੱਤ ਦੀ ਵਿਚਾਰ ਕਰਨ ਵਾਲੀ, ਸੱਤ ਝੂਠ ਦਾ ਨਿਬੇੜਾ ਕਰਨ ਵਾਲੀ ਜੋ ਮਤ ਹੈ, ਉਹ ਸਾਡੇ ਅੰਦਰੋਂ ਮੈਲੀ ਹੋਈ ਪਈ ਹੈ। ਉਸ ਮਤ ਨੂੰ ਉਜਲ ਕਰਨ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤੀ ਹੈ ਸਤ ਸੰਗਤ। ਉਸ ਮਤ ਨੂੰ ਉਜਲ ਕਰਨ ਲਈ ਸਾਨੂੰ ਦਿੱਤੀ ਹੈ ਗੁਰਬਾਣੀ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ। ਸਾਹਿਬ ਕਹਿੰਦੇ ਸਾਰੇ ਕਰਮਾਂ ਤੋਂ ਉੱਤਮ ਕਰਮ ਹੈ ਹਰ ਕੀਰਤ, ਸਾਧ ਸੰਗਤ ਹੈ ਸਿਰ ਕਰਮਨ ਕੀ ਕਰਮਾ। ਸਤ ਸੰਗਤ ਵਿੱਚ ਆਉਣਾ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ, ਵਾਹਿਗੁਰੂ ਜੀ ਦੀ ਕੀਰਤੀ ਕਰਨੀ, ਇਹ ਸਾਰੇ ਕਰਮਾਂ ਤੋਂ ਮਹਾਨ ਕਰਮ ਹੈ। ਪਰ ਮਿਲਦਾ ਭਾਗਾਂ ਵਾਲਿਆਂ ਨੂੰ ਹੈ। ਬੇਅੰਤ ਲੋਕ ਨੇ, ਹਰ ਕਿਸੇ ਨੂੰ ਇਹ ਦਾਤ ਪ੍ਰਾਪਤ ਨਹੀਂ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ। ਜਿਹਦੇ ਪੂਰਬਲੇ ਉੱਤਮ ਭਾਗ ਨੇ। ਪੂਰਬਲੇ ਦਾ ਅਰਥ ਕਿ ਅਸੀਂ ਜੇ ਨੇਕ ਅੰਦਰ ਕਰਮ ਜ਼ਿੰਦਗੀ 'ਚ ਕਰਾਂਗੇ, ਸਾਡੇ ਭਾਗ ਉੱਤਮ ਬਣਦੇ ਜਾਣਗੇ। ਸਤਿਗੁਰੂ ਜੀ ਨੇ ਸਾਨੂੰ ਸਤ ਸੰਗਤ ਬਖਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਜੀ ਨੇ ਸਤ ਸੰਗਤ ਨਾਲ ਜੁੜੇ ਹੋਏ ਪ੍ਰਾਣੀਆਂ ਦੀ ਬੜੀ ਮਹਿਮਾ ਗਾਇਨ ਕੀਤੀ ਹੈ। ਇੱਕ ਥਾਂ ਤੇ ਭਾਈ ਸਾਹਿਬ ਜੀ ਨੇ ਗੱਲ ਕੀ ਕਿ ਦੁਨੀਆ ਦੇ ਲੋਕੋ, ਆ ਜਿਹੜੇ ਮਾਨ ਸਰੋਵਰ ਤੇ ਹੁੰਦੇ ਉਹਨਾਂ ਨੂੰ ਹੰਸ ਕਿਹਾ ਜਾਂਦਾ ਹੈ, ਪਰ ਜਿਹੜੇ ਸਤ ਸੰਗਤ ਵਿੱਚ ਆ ਕੇ ਜੁੜਦੇ ਉਹ ਪਰਮਹੰਸ ਹੁੰਦੇ ਨੇ। ਕਿਸੇ ਸਵਾਲ ਕਰਨ ਵਾਲੇ ਨੇ ਕਿਹਾ, ਭਾਈ ਸਾਹਿਬ ਜਿਹੜੇ ਮਾਨ ਸਰੋਵਰ ਤੇ ਹੁੰਦੇ ਨੇ ਉਹਨਾਂ ਦੀ ਕੋਈ ਕੁਆਲਿਟੀ ਹੁੰਦੀ ਹੈ, ਉਹਨਾਂ ਦਾ ਕੋਈ ਗੁਣ ਹੁੰਦਾ, ਤਾਂ ਉਹਨਾਂ ਨੂੰ ਹੰਸ ਕਿਹਾ ਜਾਂਦਾ ਹੈ। ਨਹੀਂ ਤੇ ਬਗਲੇ ਵੀ ਤੇ ਹੁੰਦੇ ਨੇ। ਬਗਲਾ ਤੇ ਹੰਸ ਦੇਖਣ ਨੂੰ ਇੱਕੋ ਜਿਹੇ ਨੇ, ਪਰ ਹੰਸ ਨੂੰ ਇਸ ਕਰਕੇ ਹੰਸ ਕਿਹਾ ਜਾਂਦਾ ਹੈ ਕਿ ਉਹਦੇ ਵਿੱਚ ਕੁਝ ਗੁਣ ਨੇ, ਉਹਦੇ ਵਿੱਚ ਕੁਝ ਵਿਲੱਖਣਤਾ ਹੈ। ਤੇ ਆ ਜਿਨ੍ਹਾਂ ਨੂੰ ਤੁਸੀਂ ਪਰਮਹੰਸ ਕਹਿੰਦੇ, ਇਹਨਾਂ ਦੀ ਕੀ ਵਡਿਆਈ ਹੈ। ਸਤ ਸੰਗਤ ਵਿੱਚ ਜੁੜਿਆਂ ਨੂੰ ਤੁਸੀਂ ਪਰਮਹੰਸ ਕਹਿ ਦਿੱਤਾ ਹੈ। ਭਾਈ ਸਾਹਿਬ ਜੀ ਨੇ ਬਚਨ ਕਿ ਮਾਨ ਸਰ ਹੰਸ ਸਾਧ ਸੰਗ ਪਰਮਹੰਸ, ਧਰਮਸਾਲ ਧਰਮ ਤੁਝਾ ਚੱਲ ਆਵੇ। ਮਾਨ ਸਰੋਵਰ ਤੇ ਹੰਸ ਨੇ, ਪਰ ਸਾਧ ਸੰਗਤ ਵਿੱਚ ਪਰਮਹੰਸ ਨੇ। ਇਹ ਧਰਮ ਦੀ ਤੁਝਾ ਨੂੰ ਬੁਲੰਦ ਕਰਦੇ ਨੇ ਧਰਮਸਾਲ ਚ ਆ ਕੇ। ਇਵੇਂ ਕਹਿ ਲਓ ਕਿ ਜੋ ਵੀ ਕੋਈ ਧਰਮੀ ਵਿਅਕਤੀ ਹੈ, ਉਹ ਧਰਮ ਦੀ ਤੁਝਾ ਹੈ, ਧਰਮ ਦਾ ਨਿਸ਼ਾਨ ਹੈ, ਧਰਮ ਦਾ ਉਹ ਝੰਡਾ ਹੈ, ਧਰਮ ਨੂੰ ਬੁਲੰਦ ਕਰਦਾ ਹੈ। ਭਾਈ ਸਾਹਿਬ ਜੀ ਨੂੰ ਉਹਨੇ ਕਿਹਾ ਕਿ ਜਿਹੜੇ ਮਾਨ ਸਰੋਵਰ ਤੇ ਨੇ ਉਹ ਮੋਤੀ ਚੁੱਕਦੇ ਨੇ। ਤੇ ਭਾਈ ਸਾਹਿਬ ਜੀ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਨੇ ਸਿਰਫ ਗੁਰੂ ਕਾ ਸ਼ਬਦ ਹੀ ਸੁਣਦੇ ਨੇ। ਇਹਨਾਂ ਦੀ ਵਿਲੱਖਣਤਾ ਹੈ ਕਿ ਕੇਵਲ ਗੁਰੂ ਕਾ ਸ਼ਬਦ ਸੁਣਦੇ ਨੇ। ਉਹ ਕਹਿਣ ਲੱਗੇ ਜਿਹੜੇ ਮਾਨ ਸਰੋਵਰ ਤੇ ਨੇ ਉਹ ਜੇ ਦੁੱਧ ਵਿੱਚ ਚੁੰਝ ਮਾਰਨ, ਦੁੱਧ ਨੂੰ ਤੇ ਪਾਣੀ ਨੂੰ ਵੱਖਰੀਆਂ ਵੱਖਰੀਆਂ ਕਰ ਲੈਂਦੇ ਨੇ। ਭਾਈ ਸਾਹਿਬ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਆ ਕੇ ਗੁਰੂ ਕੇ ਸ਼ਬਦ ਨਾਲ ਜੁੜ ਜਾਂਦੇ ਨੇ, ਉਹਨਾਂ ਕੋਲ ਇੱਕ ਮੱਤ ਆਉਂਦੀ, ਉਹ ਸੱਚ ਝੂਠ ਦਾ ਨਿਬੇੜਾ ਕਰ ਲੈਂਦੇ ਨੇ। ਉਹਨਾਂ ਨੂੰ ਪਤਾ ਲੱਗਦਾ ਕਿਹੜੀ ਚੀਜ਼ ਜ਼ਿੰਦਗੀ 'ਚ ਕਰਨ ਯੋਗ ਹੈ, ਕਿਹੜੀ ਨਹੀਂ ਕਰਨ ਯੋਗ। ਵਿਵੇਕ ਮੱਤ ਉਹਨਾਂ ਨੂੰ ਮਿਲਦੀ ਹੈ।
सवाल करन वाले ने कहा उत आहार मुक्ताहल द्वितीय नास्त कि ਜਿਹੜੇ मान सरोवर ते ने वो तो मोती ही केवल चुकते ने, होर चीज़ों को प्रवान नहीं करते। तो भाई साहब जी कहते इत गुर शब्द लिव लावी, ਜਿਹੜੇ सत संगत च ने गुरु के शब्द नाल लिव जोड़ते हैं। वो कह लगा उत खीर निर निवारो कह बखानीयत, ਜਿਹੜੇ मान सरोवर ते ने दुध ते पानी नूं वखरियां कर लेंदे, उन्हां दा निबेड़ा कर लेंदे ने। भाई साहब कहते ਜਿਹੜੇ सत संगत गुरु शब्द नाल जुड़े ने, इत गुरमत दुरमत समझावे, इन्हां नूं गुरमत दा ते दुरमत दा ज्ञान हो जाता है। ये गल चेते रखना, जिंदगी अंदर जे साडे कोल ये सोझी नहीं है कि किहड़ी चीज़ साडे लई नुकसानदायक है ते किहड़ी चीज़ सानूं जिंदगी अंदर सुख देवेगी। जिन्ना मर्जी असीं तीर्थां ते नहाई जाइए सानूं सुख नहीं मिलेगा, जिन्ने मर्जी असीं होर अनेकां अखौती धार्मिक कर्म करी जाइए सानूं सुख नहीं मिलेगा। बेअंत लुकाई धर्म कर्म कर रही है। सतगुरु जी की कीर्ति करते हैं, भाई गुरदास जी ने गल लिखी है, बाबा आया तीर्थी तीर्थ पूर्व सवे फिर देखे। सतगुरु जी तीर्थां ते गए, बड़े बड़े जोड़ मेलियां ते गए, पुरबां ते गए, भाओ भगत कर कर्म सब कह लगे पूर्व कर्म सब भाओ भगत मैंने कित ना लेखे। जिन्ने सन ना वो सारे देखा देखी कर्म तो करते सन, लेकिन भाव भगती तो बिना ये देखा देखी दे कर्म किसी लेखे नहीं है, जो मर्जी करी जाइए। सतगुरु जी ने कहा सी जिन्ना मर्जी पढ़ी जाओ, पढ़ पढ़ गड्डी लदीए, पढ़ पढ़ भरीए साथ, पढ़ पढ़ बेड़ी पाइए, पढ़ पढ़ गड्डीए कात, पढ़िए जेते बरस बरस, पढ़िए जेते मास, पढ़िए जेती आरजा, पढ़िए जेते सास, जिन्ना मर्जी पढ़ लो। जे जिंदगी अंदर अनुभव नहीं, ज्ञान नहीं, विवेक नहीं, तो पढ़न नाल की हो जाएगा, सारी जिंदगी पढ़ी जाओ। जे अंदर विवेक नहीं तो केवल किते मत्था टेकना की हो जाएगा, शीश निभाया क्या थी ਜਾਂ हृदय कसुदे जाए। जे अंदर विवेक नहीं है तो केवल सरोवरां च नहाउण नाल की हो जाएगा, ਜਾਂ तीर्थां ते नहाउण नाल की हो जाएगा। भाई गुरदास जी ने गल कही कि ਜਿਹੜੇ सत संगत विच आउंदे ने उन्हां दे अंदर एक विवेक मत पैदा हुंदी है, ਜਿਹੜੇ गुरमत ते दुरमत नूं सच ते झूठ नूं समझ लैंदे ने कि किहड़ी चीज़ साडे लई जिंदगी सुखदाई है। कई बार गुड़ च वलेट के जहर भी दे दी जाती है, बाहरों देखने नूं गुड़ हुंदा है। बहुत सारे धार्मिक कर्म इहो जिहे ने जिन्हां दे अंदर जहर बड़ी पई है, जो मनुखता का नुकसान करते हैं, जो मनुख का नुकसान करते मनुख करी जाते देख के कि धार्मिक कर्म ही ने। कोई गल नहीं, आप देखते धर्म के नां ते ही किन्ने अड्डे कायम हो गए। धर्म के नां ते किया जाता है कि शरधा होनी चाहिए, शरधा तो बहुत उत्तम चीज़ है, पर उस शरधा के नां ते मनुखता नूं इन्ना गुमराह किया गया। शरधा के नां ते सड़कों ते कबरां बन गई थां थां ते, शरधा के नां ते जिधर देखो धर्म स्थान सड़कों ते बनी जाते हैं, पार्कों च बनी जाते हैं, शरधा के नां ते बनते हैं। पर मसला तो विवेक का सी। सत संगत विच आके ते सानू विवेक मत मिलनी सी। ये शरधा के नां ते ही इन्ने दिन आ पाठ कर लो, इन दिन इत्थे चले जाओ, तुहानू यह कुछ मिल जाएगा। शरधा के नां ते मनुख तुरिया फिरदा है, आत्मक सुख तो नहीं ना मिलेगा। जिंदगी का मकसद दुनिया के पदार्थ प्राप्त करना नहीं है, ये तो वाहिगुरु जी ने देने ने। जिस मनुख नूं परमात्मा ने पैदा कर दिता है, रोटी उस मनुख नूं परमात्मा ने देनी ही देनी है। ਉਹਦਾ रिजिक कोई खो नहीं सकता, और जो ਉਹਦੇ ਭਾਗਾਂ 'ਚ नहीं ਉਹਨੂੰ कोई दे नहीं सकता। वो तो मिलने मिलना है, वो तो परमात्मा पत्थरां 'ਚ भी रिजिक दे रहा है, माता के उधर भी साडी प्रतिपालना कर रहा है। जननी केरे उधर उदक में पिंड किया 10 द्वारा, दे आहार अगन में राखे ऐसा खसम हमारा। साडा मालक इहो जिहा है, परमात्मा ने साडी प्रतिपालना करनी, ये ਉਹਦੀ ड्यूटी है, ਉਹਦੀ चिंता है, ਉਹਦਾ फर्ज है। तो धर्म कोई रोटियां मंगण लई नहीं है कि महाराज साडा कारोबार चला दिओ, महाराज जी साडा दुख दूर हो जाए। धर्म इसलिए नहीं सी। धर्म तो जिंदगी अंदर ज्ञान प्राप्त करने लई सी कि असीं काहदे लई धरती ते आए, साडी जिंदगी का मकसद की है। जिंदगी अंदर ये रोग दुख लगन का कारण है कि सानू ज्ञान नहीं जिंदगी का, असीं जीउणा किवें। धर्म मनुख नूं जीवन जांच दिंदा है कि बंदिया तू जीउणा किवें, धरती ते शरीर नूं तंदुरुस्त किवें रखना है। धर्म का संबंध कोई केवल मत्थे टेकण नाल नहीं, अध्यात्मक जगत नाल ही नहीं है। धर्म का संबंध मनुख के शरीर नाल है कि शरीर नूं तंदुरुस्त किवें रखना है। धर्म का संबंध मनुख के समाज नाल है कि समाज विचों बुराइयां नूं दूर किवें करना है। धर्म का संबंध मनुखता दे नाल है कि मनुखता की उसारी किवें करनी। धर्म ये चीज़ है।
ਲੇਕਿਨ ਸਮਝਿਆ ਜਾਂਦਾ ਕਿ ਧਰਮ ਸੇ ਕੇਵਲ ਤਾਂ ਕੇਵਲ ਧਾਰਮਿਕ ਕਰਮਾਂ ਨਾਲ ਹੀ ਸੰਬੰਧਿਤ ਕਰ ਦਿੱਤਾ ਗਿਆ ਕਿ ਕੇਵਲ ਮੱਥਾ ਟੇਕਣਾ, ਪਾਠ ਪਠਨ ਕਰਨਾ, ਇਹਨੂੰ ਧਰਮ ਕਿਹਾ ਜਾਂਦਾ। ਪਰ ਸਤਿਗੁਰੂ ਜੀ ਨੇ ਤੇ ਧਰਮੀ ਉਹਨੂੰ ਕਿਹਾ ਜਿਹੜਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ, ਕਹੋ ਨਾਨਕ ਬਾਹ ਲੁੜਾਈਏ। ਜਿਹੜਾ ਮਾਨਵਤਾ ਦੀ ਸੇਵਾ ਕਰਦਾ ਹੈ, ਮਨੁੱਖਤਾ ਦੀ ਸੇਵਾ। ਇੱਥੇ ਇਹ ਨਹੀਂ ਕਿਹਾ ਕਿ ਇਕੱਲੀ ਗੁਰਦੁਆਰੇ ਜਾਂ ਧਰਮ ਸਥਾਨ ਤੇ ਸੇਵਾ ਕਰੋ। ਇੱਥੇ ਤੇ ਸੇਵਾ ਸਿੱਖਣ ਦੀ, ਅਸੀਂ ਕਰਨ ਦੀ ਜਾਤ ਸਿੱਖਣ ਲਈ ਆਉਂਦੇ ਹਾਂ। ਇੱਥੇ ਅਸੀਂ ਪ੍ਰੈਕਟਿਸ ਕਰਦੇ ਹਾਂ ਸੇਵਾ ਦੀ। ਸੇਵਾ ਉਦੋਂ ਬਣੇਗੀ ਜਦੋਂ ਅਸੀਂ ਸਮਾਜ ਵਿੱਚ ਸੇਵਾ ਕਰਾਂਗੇ, ਜਦੋਂ ਮਾਨਵਤਾ ਦੀ ਸੇਵਾ ਕਰਾਂਗੇ, ਜਦੋਂ ਮਨੁੱਖਤਾ ਦੀ ਸੇਵਾ ਕਰਾਂਗੇ। ਇਹ ਹੈ ਧਰਮ। ਧਰਮ ਦਾ ਅਰਥ ਹੈ ਕਿ ਸਮਾਜ ਵਿੱਚੋਂ ਬੁਰਾਈਆਂ ਨੂੰ, ਔਗਣਾਂ ਨੂੰ ਦੂਰ ਕਰਨ ਲਈ ਸੰਘਰਸ਼ ਕਰਨਾ। ਧਰਮ ਦਾ ਅਰਥ ਹੈ ਕਿ ਗਰੀਬਾਂ ਗੁਰਬਿਆਂ ਦੀ ਖਾਤਰ ਸੰਘਰਸ਼ ਕਰਨਾ। ਵਾਹਿਗੁਰੂ ਜੀ ਨੂੰ ਗਰੀਬ ਨਵਾਜ਼ ਕਿਹਾ ਗਿਆ। ਗਰੀਬ ਨਵਾਜ਼ ਗੁਸਈਆਂ ਮੇਰਾ ਮਾਥੈ ਛਤਰ ਧਰੈ। ਵਾਹਿਗੁਰੂ ਜੀ ਨੂੰ ਦੀਨਾਂ ਦਾ ਦਰਦੀ ਕਿਹਾ ਗਿਆ। ਹੁਣ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਵਾਲਾ ਬੰਦਾ ਜੇ ਗਰੀਬ ਨਵਾਜ਼ ਨਹੀਂ ਬਣਦਾ, ਇਹਦਾ ਮਤਲਬ ਜੇ ਧਰਮੀ ਨਹੀਂ ਹੈ। ਜੇ ਉਹ ਗਰੀਬ ਨਵਾਜ਼ ਨਹੀਂ ਹੈ, ਗਰੀਬਾਂ ਦੀ ਬਾਂਹ ਨਹੀਂ ਫੜਦਾ, ਜਾਂ ਗਰੀਬਾਂ ਦੇ ਉੱਪਰ ਜ਼ੁਲਮ ਹੋ ਰਿਹਾ ਉਹਦੇ ਖਾਤਰ ਕੋ ਹਾਂ ਦਾ ਨਾਰਾ ਨਹੀਂ ਵੱਢਦਾ, ਤੇ ਉਹ ਧਰਮੀ ਨਹੀਂ ਹੋ ਸਕਦਾ। ਜੇ ਇਦਾਂ ਹੀ ਧਰਮੀ ਹੋਣ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਤੇ ਢੇਰ ਹੀ ਲੱਗੇ ਡੇਰੇਦਾਰਾਂ ਦੇ। ਬੜੇ ਬੜੇ ਤਗੜੇ ਮੱਠ ਸਨ, ਬੜੇ ਬੜੇ ਵਿਦਵਾਨ ਪੰਡਿਤ ਸਨ, ਬੜੇ ਵੱਡੇ ਧਾਰਮਿਕ ਲੋਕ ਸਨ ਜਿਨ੍ਹਾਂ ਨੂੰ ਦੁਨੀਆ ਮੱਥੇ ਟੇਕਦੀ ਮੰਨਦੀ ਸੀ। ਅੱਜ ਵੀ ਬੜੇ ਨੇ ਆਲੇ ਦੁਆਲੇ। ਪਰ ਉਹਨਾਂ ਦਾ ਮਨੁੱਖੀ ਸਮਾਜ ਨੂੰ ਕੀ ਫਾਇਦਾ ਹੈ, ਮਨੁੱਖਤਾ ਨੂੰ ਕੀ ਫਾਇਦਾ ਹੈ? ਜਿਹੜਾ ਮਨੁੱਖਤਾ ਦੀ ਖਾਤਰ ਕੁਝ ਨਹੀਂ ਕਰ ਸਕਦਾ, ਸਮਾਜ ਦੀ ਖਾਤਰ ਕੁਝ ਨਹੀਂ ਕਰ ਸਕਦਾ, ਗੁਰਮਤਿ ਦੀਆਂ ਨਜ਼ਰਾਂ 'ਚ ਉਹ ਧਰਮੀ ਨਹੀਂ ਹੈ। ਧਰਮ ਕੀ ਹੈ? ਜਾਹੇ ਤਹਾਂ ਤੇ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀ ਸਤ ਸੰਗਤ। ਸਤ ਸੰਗਤ ਵਿੱਚ ਆ ਕੇ ਸਾਡੇ ਅੰਦਰ ਵਿਵੇਕ ਮਤ ਪੈਦਾ ਹੋਏ। ਭਾਈ ਗੁਰਦਾਸ ਜੀ ਕਹਿਣ ਲੱਗੇ, ਜੇ ਉੱਥੇ ਰਹਿਣ ਵਾਲੇ ਹੰਸ ਮੋਤੀ ਖਾਂਦੇ ਨੇ, ਇਹ ਗੁਰ ਸ਼ਬਦ ਸੁਣਦੇ ਨੇ। ਜੇ ਉੱਥੇ ਰਹਿਣ ਵਾਲੇ ਦੁੱਧ ਤੇ ਪਾਣੀ ਨੂੰ ਵੱਖਰੀਆਂ ਵੱਖਰੀਆਂ ਕਰ ਲੈਂਦੇ ਨੇ, ਇਹ ਗੁਰੂ ਕੇ ਸ਼ਬਦ ਦੇ ਰਾਹੀਂ ਮਿਲੀ ਮਤ ਦੁਆਰਾ ਦੁਰਮਤ ਤੇ ਗੁਰਮਤ ਦਾ ਨਿਬੇੜਾ ਕਰ ਲੈਂਦੇ ਨੇ। ਤੇ ਸਵਾਲ ਕਰਨ ਵਾਲਾ ਕਹਿਣ ਲੱਗਾ, ਬਰਾਬਰ ਜੇ ਗੁਣ ਨੇ, ਇਹਨਾਂ ਨੂੰ ਹੰਸ ਕਹਿਣ ਦੇ ਗੱਲ ਵੱਖਰੀ, ਤੁਸੀਂ ਪਰਮਹੰਸ ਕਹਿ ਦਿੱਤਾ। ਤੇ ਭਾਈ ਸਾਹਿਬ ਜੀ ਨੇ ਗੱਲ ਕੀ ਕਹਿਣ ਲੱਗੇ, ਇਹਨਾਂ ਨੂੰ ਪਰਮਹੰਸ ਇਸ ਕਰਕੇ ਕਿਹਾ ਕਿ ਜਿਹੜੇ ਮਾਨ ਸਰੋਵਰ ਤੇ ਹੰਸ ਨੇ, ਜੇ ਉੱਥੇ ਬਗਲਾ ਵੀ ਚੱਲ ਕੇ ਆ ਜਾਏ ਨਾ, ਬਗਲਾ ਬਾਹਰੋਂ ਚਿੱਟਾ ਹੈ ਪਰ ਅੰਦਰੋਂ ਦੀ ਨੀਅਤ ਮਾੜੀ ਹੈ। ਬਾਹਰੋਂ ਹੰਸ ਵਰਗਾ ਹੀ ਹੈ ਪਰ ਅੰਦਰੋਂ ਬਿਰਤੀ ਹੰਸ ਵਰਗੀ ਨਹੀਂ ਹੈ। ਜੇ ਬਗਲਾ ਚੱਲ ਕੇ ਆ ਜਾਏ ਤੇ ਜਿਹੜਾ ਹੰਸ ਹੈ ਉਹ ਬਗਲੇ ਨੂੰ ਹੰਸ ਨਹੀਂ ਬਣਾ ਸਕਦਾ। ਬਗਲਾ ਬਗਲਾ ਹੀ ਰਹੇਗਾ ਮਾਨ ਸਰੋਵਰ ਤੇ ਜਾ ਕੇ। ਤੇ ਕਹਿਣਗੇ ਜਿਹੜੇ ਸਤ ਸੰਗਤ 'ਚ ਬੈਠੇ ਨੇ, ਕਹਿਣਗੇ ਇੱਥੇ ਕਾਂ ਵੀ ਚੱਲ ਕੇ ਆ ਜਾਏ, ਕਾਂ ਵੀ ਹੰਸ ਬਣ ਜਾਂਦੇ ਨੇ। ਉਤ ਬਾਗ ਹੰਸ ਬੰਸ ਦੁਬਦਾ ਨਾ ਮੇਟ ਸਕੈ, ਇਤ ਕਾਗ ਪਾਗ ਸਮ ਰੂਪ ਕਹਿ ਦਿਖਾਵੇ। ਇੱਥੇ ਕਾਂ ਵੀ ਚੱਲ ਕੇ ਆ ਜਾਏ, ਕਾਂ ਵੀ ਹੰਸ ਬਣ ਜਾਂਦੇ ਨੇ। ਸਾਡੇ ਸਤਿਗੁਰੂ ਜੀ ਨੇ ਸਾਨੂੰ ਸਤ ਸੰਗਤ ਦਿੱਤੀ ਹੈ ਹੰਸ ਬਣਨ ਦੇ ਲਈ। ਸਾਡੇ ਸਤਿਗੁਰੂ ਜੀ ਨੇ ਸਤ ਸੰਗਤ ਦਿੱਤੀ ਸਾਨੂੰ ਵਿਵੇਕ ਮਤ ਪ੍ਰਾਪਤ ਕਰਨ ਦੇ ਲਈ, ਗਿਆਨ ਪ੍ਰਾਪਤ ਕਰਨ ਦੇ ਲਈ। ਆਪ ਜੀ ਵਡਭਾਗੀ ਹੋ, ਗੁਰੂ ਕੀ ਹਜ਼ੂਰੀ ਜੁੜ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਬਚਨ ਭੈਰੋਂ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਪਵਿੱਤਰ ਬਚਨ ਜੋ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ, ਇਹ ਇੱਕ ਇਤਿਹਾਸਕ ਘਟਨਾ ਦੇ ਨਾਲ ਰਿਲੇਟਡ ਹੈ। ਗੁਰੂ ਕਾ ਇਤਿਹਾਸ ਪੜ੍ਹਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਪਰ ਬਾਬਾ ਪ੍ਰਿਥੀ ਚੰਦ ਜੀ ਨੇ ਕਈ ਤਰੀਕਿਆਂ ਦੇ ਨਾਲ ਕੋਝੇ ਯਤਨ ਕਰਕੇ ਵਾਰ ਕੀਤੇ, ਖਤਮ ਕਰਨ ਦਾ ਯਤਨ ਕੀਤਾ। ਕਦੀ ਸੁਲੀ ਖਾਂ ਨੂੰ ਚਾੜ ਲਿਆਂਦਾ, ਕਦੀ ਸੁਲੱਭੀ ਨੂੰ ਚਾੜ ਲਿਆਂਦਾ, ਕਦੀ ਬੀਰਬਲ ਚੜ੍ਹ ਕੇ ਆ ਗਿਆ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਪ੍ਰਗਟ ਹੋਏ, ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਵਡਾਲੀ ਨਗਰ ਵਿੱਚ, ਪ੍ਰਿਥੀ ਚੰਦ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ। ਉਹਦਾ ਕਾਰਨ ਸੀ ਕਿ ਮਿਹਰਬਾਨ ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਸੀ, ਉਹ ਸਤਿਗੁਰੂ ਜੀ ਦੇ ਕੋਲ ਰਹਿੰਦਾ ਸੀ। ਸਤਿਗੁਰੂ ਜੀ ਉਹਨੂੰ ਪੁੱਤਰਾਂ ਵਰਗਾ ਪਿਆਰ ਦਿੰਦੇ ਸਨ। ਪ੍ਰਿਥੀ ਚੰਦ ਦੇ ਮਨ 'ਚ ਖਿਆਲ ਸੀ ਕਿ ਜੇ ਮੈਨੂੰ ਗੱਦੀ ਨਹੀਂ ਮਿਲੀ, ਚੱਲ ਮੇਰੇ ਪੁੱਤਰ ਨੂੰ ਮਿਲ ਜਾਏਗੀ। ਕੁਝ ਨਾ ਕੁਝ ਨੂੰ ਧੀਰਜ ਸੀ। ਜਿਸ ਵੇਲੇ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਏ ਤੇ ਪ੍ਰਿਥੀ ਚੰਦ ਦੀ ਇਹ ਆਸ ਟੁੱਟ ਗਈ। ਫਿਰ ਉਸ ਨੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਨੂੰ ਖਤਮ ਕਰਨ ਲਈ ਬੜੇ ਛੜਯੰਤਰ ਰਚੇ। ਸਭ ਤੋਂ ਪਹਿਲਾਂ ਦਾਈ ਨੂੰ ਲਾਲਚ ਦਿੱਤਾ, ਜਿਹੜੀ ਖਡਾਉਂਦੀ ਸੀ ਆ ਕੇ। ਦਾਈ ਨੇ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਪਰ ਸਾਹਿਬਜ਼ਾਦੇ ਦਾ ਕੋਈ ਵਾਲ ਵਿੰਗਾ ਨਾ ਹੋਇਆ। ਘਰ ਦੇ ਵਿੱਚ ਇੱਕ ਵਾਰੀ ਸਪੇਰੇ ਰਾਹੀਂ ਸੱਪ ਛੱਡ ਦਿੱਤਾ ਗਿਆ ਕਿ ਬੱਚਾ ਸੱਪ ਨੂੰ ਫੜ ਲਏਗਾ, ਖਤਮ ਹੋ ਜਾਏਗਾ। ਪਰ ਜਿਹਨੂੰ ਪਰਮਾਤਮਾ ਨੇ ਰੱਖਣਾ ਹੋਏ, ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਆਖਰ ਇੱਕ ਖਿਡਾਵਾ ਸੀ ਬ੍ਰਾਹਮਣ, ਜਿਹੜਾ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਉਂਦਾ ਸੀ, ਉਹਨਾਂ ਦੀ ਸੇਵਾ ਸੰਭਾਲ ਕਰਦਾ ਸੀ। ਉਹਨੂੰ ਲਾਲਚ ਦਿੱਤਾ ਗਿਆ।
ਉਹਨੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਸਾਹਿਬਜ਼ਾਦੇ ਨੂੰ ਖਵਾਉਣ ਦਾ ਯਤਨ ਕੀਤਾ। ਸਾਹਿਬਜ਼ਾਦਾ ਉਹ ਖਾਂਦੇ ਨਹੀਂ ਹੈ, ਉਹ ਜ਼ਬਰਦਸਤੀ ਜਦੋਂ ਖਵਾਉਂਦਾ ਹੈ, ਸਾਹਿਬਜ਼ਾਦਾ ਰੋ ਪਿਆ, ਜ਼ੋਰ ਦੀ ਆਵਾਜ਼ ਚੀਖ ਮਾਰੀ। ਸੁਣ ਗਿੜ ਕੇ ਆ ਗਏ ਹੋਰ ਵੀ, ਦੇਖਿਆ ਕਿ ਸਾਹਿਬਜ਼ਾਦਾ ਖਾਂਦਾ ਨਹੀਂ ਹੈ, ਦਹੀਂ 'ਚ ਕੁਝ ਹੋ ਸਕਦਾ ਹੈ। ਦਹੀਂ ਕੁੱਤੇ ਨੂੰ ਪਾਇਆ, ਉਹ ਕੁੱਤਾ ਮਰ ਗਿਆ। ਕੁੱਤਾ ਮਰਨ ਦੇ ਨਾਲ ਦੂਸਰੇ ਬੰਨੇ ਬ੍ਰਾਹਮਣ ਵੀ ਜਿਹੜਾ ਸੀ, ਕਿਉਂਕਿ ਗੁਰੂ ਘਰ ਦਾ ਪ੍ਰਤਾਪ ਉਹਨੂੰ ਪਤਾ ਹੀ ਸੀ, ਗੁਰੂ ਸਾਹਿਬ ਦੀ ਵਡਿਆਈ ਦਾ, ਕਿ ਗੁਰੂ ਸਾਹਿਬ ਜੀ ਕਿੰਨੇ ਸਮਰੱਥ ਨੇ ਜਾਂ ਗੁਰੂ ਸਾਹਿਬ ਜੀ ਦੇ ਸਿੱਖ ਕਿੰਨੇ ਸਮਰੱਥ ਨੇ, ਉਹ ਵੀ ਸੂਲ ਦੇ ਨਾਲ ਮਰ ਗਿਆ। ਸਤਿਗੁਰੂ ਜੀ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿ ਦੇਖੋ ਪ੍ਰਮਾਤਮਾ ਨੇ ਕਿਵੇਂ ਕਿਰਪਾ ਕਰਕੇ ਬੱਚੇ ਦੀ ਰੱਖਿਆ ਕੀਤੀ ਹੈ, ਆਪਣੇ ਸੇਵਕਾਂ ਨੂੰ ਇਸ ਦੁੱਖ ਵਿਪਤਾ ਤੋਂ ਦੁੱਖ ਤੋਂ ਬਚਾਇਆ ਹੈ। ਉਹਦੇ ਪ੍ਰਥਾਏ ਇਹ ਪਵਿੱਤਰ ਮੁਖ ਵਾਕ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਗੁਰੂ ਕੀ ਬਾਣੀ ਦਾ ਜੋ ਵੀ ਕੋਈ ਸ਼ਬਦ ਹੈ ਉਹ ਕੇਵਲ ਇੱਕ ਘਟਨਾ ਤੱਕ ਸੀਮਤ ਨਹੀਂ ਹੈ। ਗੁਰਬਾਣੀ ਦਾ ਬਚਨ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਗੁਰੂ ਕੀ ਬਾਣੀ ਦਾ ਇੱਕ ਇੱਕ ਸ਼ਬਦ ਸਾਨੂੰ ਬਹੁਤ ਵੱਡਾ ਸੰਦੇਸ਼ ਦਿੰਦਾ, ਉਪਦੇਸ਼ ਦਿੰਦਾ, ਜੀਵਨ ਜਾਚ ਸਿਖਾਉਂਦਾ। ਇਸ ਮੁਖਵਾਕ ਦੇ ਰਾਹੀਂ ਸਾਨੂੰ ਸਤਿਗੁਰੂ ਜੀ ਨੇ ਇਹ ਗਿਆਨ ਦਿੱਤਾ ਹੈ, ਜਿਹੜਾ ਮਨੁੱਖ ਪ੍ਰਮਾਤਮਾ ਦੇ ਭਰੋਸੇ 'ਤੇ ਰਹਿੰਦਾ ਹੈ। ਜਿਹੜੇ ਦੁਸ਼ਟ ਸੁਭਾਅ ਦੇ ਲੋਕ ਹੁੰਦੇ ਨੇ, ਬੜੀਆਂ ਚਲਾਕੀਆਂ ਵਰਤਦੇ ਨੇ, ਕਈ ਕੋਝੇ ਤਰੀਕੇ ਵਰਤ ਕੇ ਉਹ ਮਨੁੱਖਤਾ ਦਾ ਨੁਕਸਾਨ ਕਰਨਾ ਚਾਹੁੰਦੇ ਨੇ। ਭਲੇ ਲੋਕਾਂ ਦੇ ਵਿਰੁੱਧ ਕਈ ਤਰ੍ਹਾਂ ਦੇ ਛਣਜੰਤਰ ਰਚਦੇ ਰਹਿੰਦੇ ਨੇ। ਪਰ ਪ੍ਰਮਾਤਮਾ ਜੇ ਵੱਲ ਹੈ, ਜਾਂ ਇਵੇਂ ਕਹਿ ਲਓ ਤੁਸੀਂ ਠੀਕ ਹੋ, ਪ੍ਰਮਾਤਮਾ ਦੇ ਭਰੋਸਾ ਹੈ, ਤੇ ਪ੍ਰਮਾਤਮਾ ਜਿਹੜਾ ਹੈ ਆਪਣੇ ਆਪ ਹੀ ਮਨੁੱਖ ਨੂੰ ਇਹਨਾਂ ਵਿਪਤਾ ਤੋਂ ਬਚਾ ਲੈਂਦਾ ਹੈ। ਹੰਕਾਰੀਆਂ ਦੁਸ਼ਟਾਂ ਨੂੰ ਆਪਣੇ ਆਪ ਖਤਮ ਕਰ ਦਿੰਦਾ ਹੈ। ਸਤਿਗੁਰੂ ਜੀ ਇਸ ਮੁਖਵਾਕ ਦੇ ਰਾਹੀਂ ਜੋ ਬਖਸ਼ਿਸ਼ ਸਾਡੇ 'ਤੇ ਕਰ ਰਹੇ ਨੇ, ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੈਰੋਂ ਮਹਿਲਾ ਪੰਜਵਾਂ। ਲੇਪ ਨ ਲਾਗੋ ਤਿਲ ਕਾ ਮੂਲ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1137 ਤੇ ਅੰਕਿਤ ਨੇ। ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਨੇ ਰਹਾਉ ਵਾਲੀਆਂ, ਸਾਹਿਬ ਜੀ ਫਰਮਾ ਰਹੇ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਵਾ ਗੁਰ ਪ੍ਰਤਾਪ। ਭਈ ਵਾਹਿਗੁਰੂ ਆਪਣੇ ਸੇਵਕਾਂ ਨੂੰ ਆਪ ਹੀ ਰੱਖਦਾ ਹੈ, ਆਪਣੇ ਸੇਵਕੀ ਆਪੇ ਰੱਖੈ, ਆਪੇ ਨਾਮ ਜਪਾਵੇ। अपने जन का पर्दा टाके, अपने सेवकी सर पर राखे, अपने दास को दे वड्याई। परमात्मा अपने सेवकों की इज्जत आप रखता है। दुनियावी तौर पर इज्जत बनाने लई मनुख बड़े यत्न करता है। मनुख सोचता है धन नाल इज्जत बनेगी, धन नाल इज्जत बनाने की खातर फिर धन वो मेहनत करके ते कमाए, कोई हर्ज नहीं है, ये हक है, मनुख का अधिकार है। पर जो मेहनत करके उसकी तसली नहीं ना होंगी, फिर तृष्णा पैदा होती है। वो फिर हेरा फेरियां करता है, बेईमानी करता है, ठगी ठोरी करता है, पहला शरीर नूं मारदा है, फिर जमीर नूं मारदा है। वो धन दे नाल इज्जत बनाउणी चाहुंदा है, कोई रुतबे नाल इज्जत बनाउणी चाहुंदा है। रुतबिਆਂ ਨੂੰ धन ਨੂੰ प्राप्त करने के लिए मनुख ਇਹੋ ਜਿਹੇ ਕੁਝ ਯਤਨ कर सकता है, मनुखता ਨੂੰ ਡਿੱਗ सकता है। वो किसी ਨੂੰ मार भी सकता है, वो किसी का नुकसान भी कर सकता है। पर सतगुरु साहब जी कहते अजिहे समयां ते हर जन राखे पार ब्रह्म आप। परमात्मा अपने प्यारियां दी आप रखिया करदा है। जिसदा साहिब डाडा होए तिसनों मार ना सके कोई। जिहदा परमात्मा बेअंत समर्थ परमात्मा है, उन्होंने कौन मार सकता है। हरगोबिंद साहब जी महाराज ने धरती ते किड्डे वड्डे क्रांतिकारी काम करने सी, उन्होंने कौन इदां मार सकता सी। इस करके साहब कहते हर जन राखे पार ब्रह्म आप। पार ब्रह्म अपने जनां आप रखता है, अपने सेवकों की आप रखिया करता है, उन्होंने आप बचाउंदा है। हर जुग जुग भगत पाया, पैज रखदा आया, राम राजे हरणाक्ष दुष्ट हर मारिया, प्रहलाद तराया। पापी मूआ गुर प्रताप। पापी दा अर्थ कि साहिबजादा हरगोबिंद साहब जी नूं धोखे दे नाल जहर देने वाला वो व्यक्ति ब्राह्मण पापी जिहड़ा सी, पाप करने वाला, जिहदे अंदर पाप है, वो गुरु दे प्रताप सदका मर गया। सतगुरु जी दे प्रताप सदका वो खत्म हो गया। उन्होंने इहो जिहा सूल उठिया, इहो जिहा उन्होंने अंदर दर्द उठिया, जां कह लो हार्ट अटैक होया, वो खत्म हो गया। पर साहब कहते ये सब वाहिगुरू की करामात है। सतगुरु जी ने हर कारज विच
परमात्मा का शुकराना किया। जिथे जिथे भी हरगोबिंद साहब जी नूं ये बाहरलियां विपतावां तो परमात्मा ने बचाया, सतगुरु जी ने वाहिगुरु जी का शुकराना किया। उत्थे को अपनी सियाणप नहीं वरती जां अपनी उत्थे चतराई नहीं दसी। कहण लगे ये तो वाहिगुरु की कृपा सदका बख्शिश हुई है, परमात्मा ने आप बचा लिया है। लेप न लागो तिल का मूल, दुष्ट ब्राह्मण मुआ होए कैसूल। कहण लगे कि वह दुष्ट ब्राह्मण ने जिहड़ा अंदरों खोटा है, जिहदे अंदर इन्नी बेईमानी भरी पई है, वो जिहड़ा दुष्ट सुभाव का ब्राह्मण सी, देखो है ब्राह्मण पर कर्म दुष्टां वाले। ब्राह्मण किसी खास घर च जन्मण दे नाल कोई ब्राह्मण नहीं बन जाता। ब्राह्मण का अर्थ हुंदा जिहड़ा ब्रह्म विच विलीन हो जाए, क्योंकि अपने मुल्क के अंदर एक खास श्रेणी नूं ब्राह्मण कहा जाता है, भावें कर्म उन्हां दे चंडालां वाले होण, कर्म उन्हां दे नीच होण। भगत जी ने गल कही है कि जिहड़ा बंदा कदी रब की गल नहीं करता, मनुखता की सेवा नहीं करता, वो तो चंडालां तो भी भैड़ा है, सब तो नीच है। वो ब्राह्मण होए जिहदे अंदर ब्रह्म वस जाए। हुण इन्ने नीच कर्म करने वाला ब्राह्मण हो सकदा? ब्राह्मण कौन है? कहो कबीर जो ब्रह्म विचारे सो ब्राह्मण कहियत है कुम हमारे। सतगुरु जी ने किसी जात नूं माड़ा नहीं किया, किसी विरोधता नहीं की, पर जदों मनुख दे कर्म नीवें होण, उत्थे सतगुरु जी ने उस पखंड नूं जरूर अगाड़िया। कोई अखवाए ब्राह्मण ते नुकसान मनुखता दा करे। सतगुरु जी कहते ऐसे ब्राह्मण डूबे पाई, निरापराध चित वह बरे आई। ਜਿਹੜੇ बिना ही कारण तो दूजियां दा बुरा सोची जाते हैं, बिना ही कारण तो। मनुखी समाज विच बहुत सारे लोग ने ਜਿਹੜੇ बिना कारण तो दूजियां दा नुकसान करी चले जाते हैं, बिना कारण तो ईरखावश हो के। बहुता नुकसान मनुखता का ईरखावश हो रहा। देखो जिथों तक गल खाण पीण पदार्थां की होए, वो भुख झट मिट जाती है, खाण की भुख, लेकिन अंदर ईरखा है। और अपन देखते हैं कौमां की लड़ाई ईरखा तो शुरू होती है, और मजहबां की लड़ाई ईरखा तो शुरू होती। कोई धर्म जिहड़ा है वो लड़न की गल नहीं करता, धर्म तो प्यार सिखाउंदा है, धर्म प्यार सिखाउंदा है। जदों ईरखा होए, ईरखा विच बंदा सोचता है कि दूजा अगे नहीं वधना चाहिए, मैं वधा ना वधा, दूजा अगे नहीं वधना चाहिए, और बहुत सारा मानवता नुकसान इस ईरखा दे विचों होया, धर्मां दी ईरखा च होया। धर्म दे नां ते ईरखा रखी जाती अज भी है। आपां देखदे ही हां, तुसीं सरकारे दरबारे दफ्तरां चल जाओ, जे तुसीं खास श्रेणी चो तुहाडे काम बन जाणगे, जे तुहाडी को पहुंच है गल बन जाएगी, नहीं तो तुसीं उद्दां ही धक्के खांदे फिरोगे। ये एक डिगे हुए समाज की निशानी है। सतगुरु जी एक आदर्शक समाज सिरजना चाहते हैं, जिथे सारिਆਂ ਲਈ बराबर का ही विहार होवे, अपना बगाना कोई ना होवे, जिथे हर किसी को प्यार मिले, हर किसी को न्याय मिले। सतगुरु साहब जी कहते कि अखवाउंदा है ब्राह्मण, पर अंदरों ये दुष्ट है, अंदरों ये नीच है। कहण लगे कि इहो जिहा ब्राह्मण जिहड़ा सी, उन्हें जो कर्म किया सहजादे नूं, साहिबजादे नूं जहर देण दा, ਉਹਦੇ इस कर्म का लेप न लागो तिल का मूल। ਐਨ तिल जिन्ना भी साहिबजादे दे को असर नहीं होया, वो अपने यत्न विच सफल ना हो सकिया, पर उल्टा दुष्ट ब्राह्मण मूआ होए कैसूल। वो जड़ा दुष्ट सुभाव वाला अखवाउंदा ब्राह्मण सी अपने आप नूं, वो मूआ होए कैसूल। सूल का अर्थ है कि दर्द दे नाल मर गया। ਉਹਦੇ अंदर इहो जी सूल उठी, इहो जी पीड़ा उठी, उस दर्द नाल मर गया। ते हर जन राखे पार ब्रह्म आप, परमात्मा ने अपने सेवक की आप रखिया की। पापी मूआ गुर प्रताप, ते वो पाप करने वाला व्यक्ति गुरु के प्रताप सदका खत्म हो गया, मारिया गया। रहाओ अपना खसम जन आप ते आया। धन गुरु अर्जन देव जी कहते कि सेवक तो अपने खसम नूं ही चेते करदा है। परमात्मा के प्यारियां दा होर कोई नहीं धरती ते आसरा। वो तो हमेशा अपने परमात्मा को ही अरदास करते हैं। तो परमात्मा इन्ना महान है, परमात्मा इन्ना अपने सेवकों की रखवाली करता है। सतगुरु जी के बचन पढ़ते, संतन दुख पाए ते दुखी, सुख पाए साधन के सुखी। जे रब के प्यारिਆਂ ਨੂੰ दुख मिले तो यह दुख रब ਨੂੰ पहुँचता है। ताइयों कहा जाता है कि भाई रबी प्यारिਆਂ की सेवा करो। ਉਹਦੇ आड़ दे हेठ पखंडी लोग चल पे अपनी सेवा कराने के लिए। सानू साडे सतगुरु जी ने सुचेत होकर वितरण की गल कही है। परमात्मा अपने प्यारिਆਂ की किवें रखिया करता है। गुरबाणी में बेअंत
ਥਾਵਾਂ ਤੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਵਾਹਿਗੁਰੂ ਜੀ ਕਿਵੇਂ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ, ਕਿਉਂਕਿ ਪ੍ਰਮਾਤਮਾ ਦਾ ਜੋ ਪਿਆਰਾ ਹੈ ਉਹ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਲੈਂਦਾ ਹੀ ਨਹੀਂ ਹੈ, ਹੋਰ ਕਿਸੇ ਦਾ ਆਸਰਾ ਨਹੀਂ ਲੈਂਦਾ। ਆਪਣਾ ਖਸਮ ਜਨ ਆਪ ਧਿਆਇਆ, ਜਨ ਨੇ ਸੇਵਕ ਨੇ ਕੇਵਲ ਆਪਣੇ ਪ੍ਰਮਾਤਮਾ ਨੂੰ ਚੇਤੇ ਕੀਤਾ, ਉਹਦਾ ਓਟ ਆਸਰਾ ਤਕਾਇਆ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਿ ਉਹ ਪ੍ਰਮਾਤਮਾ ਆਪਣੇ ਸੇਵਕਾਂ ਦੀ ਪਤਾ ਕਿਵੇਂ ਰੱਖਿਆ ਕਰਦਾ, ਜਿਵੇਂ ਮਾਂ ਨਹੀਂ ਆਪਣੇ ਬੱਚੇ ਦਾ ਧਿਆਨ ਰੱਖਦੀ। ਮਾਂ ਵੈਸੇ ਤੇ ਪ੍ਰਮਾਤਮਾ ਨੂੰ ਸਾਰੀ ਦੁਨੀਆ ਪਿਆਰੀ ਹੈ, ਸਾਰੀ ਦੁਨੀਆ ਜਿਹੜੀ ਹੈ ਉਹ ਪ੍ਰਮਾਤਮਾ ਦੀ ਆਪਣੀ ਹੈ। ਜਿਵੇਂ ਮਾਂ ਦੇ 2-3 ਬੱਚੇ ਹੁੰਦੇ ਨੇ ਤੇ ਨਿੱਕਾ ਬੱਚਾ ਜਿਹੜਾ ਗੋਦ ਵਿੱਚ ਹੁੰਦਾ ਹੈ ਨਾ, ਮਾਂ ਉਹਦਾ ਬਹੁਤਾ ਧਿਆਨ ਰੱਖਦੀ ਹੈ। ਉਹਦਾ ਕਾਰਨ ਕਿ ਜਿਹੜੇ ਵੱਡੇ ਨੂੰ ਤੇ ਕੰਮਾਂ ਕਾਰਾਂ 'ਚ ਲੱਗ ਕੇ ਕੋਈ ਬਾਹਰ ਖੇਡਣ ਚਲੇ ਗਿਆ, ਕੋਈ ਪੜ੍ਹਨ ਚਲਿਆ ਗਿਆ, ਕੋਈ ਕੰਮ ਤੇ ਚਲਿਆ ਗਿਆ, ਪਰ ਜਿਹੜਾ ਮਾਂ ਦੀ ਗੋਦ ਵਿੱਚ ਉਹਨੂੰ ਤੇ ਮਾਂ ਤੋਂ ਬਿਨਾਂ ਆਸਰਾ ਹੀ ਕੋਈ ਨਹੀਂ। ਮਾਂ ਜੋ ਖਵਾ ਦੇਵੇਗੀ ਖਾ ਲਏਗਾ, ਜਿੱਥੇ ਪਾ ਦੇਵੇਗੀ ਪੈ ਜਾਏਗਾ, ਉਹਨੇ ਕੋਈ ਹਿਲਜੁਲ ਨਹੀਂ ਕਰਨੀ। ਮਾਂ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਜੇ ਮਾਂ ਤੋਂ ਬਿਨਾਂ ਬੱਚੇ ਨੂੰ ਕੋਈ ਆਸਰਾ ਨਹੀਂ ਹੈ ਤੇ ਬੱਚੇ ਨੂੰ ਮਾੜਾ ਜਿਹਾ ਕਿਤੇ ਬੱਚਾ ਰੋਏ ਨਾ, ਬੱਚਾ ਕੋਈ ਤਕਲੀਫ ਮਹਿਸੂਸ ਕਰੇ, ਰੋਏ, ਉਹਨੂੰ ਭੁੱਖ ਲੱਗੇ, ਤੇ ਮਾਂ ਸਭ ਕੁਝ ਐ ਛੱਡ ਛਡਾ ਕੇ ਪਹਿਲਾਂ ਬੱਚੇ ਨੂੰ ਹੀ ਚੁੱਕਦੀ ਹੈ। ਭਾਈ ਗੁਰਦਾਸ ਜੀ ਨੇ ਬਚਨ ਲਿਖੇ ਹੈ ਕਿ ਸਤਿਗੁਰ ਆਗਿਆਕਾਰੀ। ਭਾਈ ਸਾਹਿਬ ਜੀ ਦੇ ਬਚਨ ਨੇ ਕਿ ਜੈਸੇ ਇੱਕ ਜਨਨੀ ਕੀ ਹੋਤ ਹੈ ਅਨੇਕ ਸੁਤ, ਸਭ ਹੀ ਤੇ ਅਧਿਕ ਪਿਆਰੋ ਸੁਤ ਗੋਦ ਕੋ। ਜਿਵੇਂ ਇੱਕ ਮਾਂ ਦੇ 2-3 ਪੁੱਤਰ ਨੇ, ਪਰ ਸਭ ਤੋਂ ਜ਼ਿਆਦਾ ਪੁੱਤਰ ਜਾਂ ਬੱਚਾ ਜਿਹੜਾ ਉਹ ਮਾਂ ਨੂੰ ਗੋਦ ਵਾਲਾ ਪਿਆਰਾ ਹੈ। ਉਹਦਾ ਕਾਰਨ ਕਿ ਸਿਆਣੇ ਸੁਤ ਬਨਜ ਬਿਹਾਰ ਕੇ ਵਪਾਰ ਭੇ ਕੇ ਗੋਦ ਮੈਂ ਅਚੇਤ ਹਿਤ ਸੰਪੇ ਨਾ ਸੁਹੋਦ ਕੋ। ਜਿਹੜੇ ਸਿਆਣੇ ਬੱਚੇ ਉਹ ਤੇ ਕੰਮਾਂ ਕਾਰਾਂ 'ਚ ਲੱਗ ਜਾਂਦੇ ਨੇ, ਇੱਧਰ ਉੱਧਰ ਪਰਚ ਜਾਂਦੇ ਨੇ, ਪਰ ਜਿਹੜਾ ਮਾਂ ਦੀ ਗੋਦ ਵਿੱਚ ਹੈ ਉਹ ਮਾਂ ਤੋਂ ਬਿਨਾਂ ਉਸ ਨੂੰ ਹੋਰ ਕੋਈ ਚੇਤੇ ਹੀ ਨਹੀਂ ਹੈ, ਕੋਈ ਆਸਰਾ ਹੀ ਨਹੀਂ ਹੈ। ਉਹ ਕੇਵਲ ਮਾਂ ਦੇ ਆਸਰੇ ਤੇ ਰਹਿੰਦਾ ਹੈ। ਤੇ ਮਾਂ ਦਾ ਵੀ ਪਿਆਰ ਦੇਖੋ, ਪਲ ਨਾ ਪਵਾਏ ਮਾਏ ਗ੍ਰਹਿ ਕਾਜ ਲਗੇ ਜਾਏ, ਸੋਨ ਸੁਤ ਰੁਦਨ ਪੈ ਪਿਆਵੇ ਮਨ ਮੋਦ ਕੋ। ਮਾਂ ਉਹਨੂੰ ਪੰਘੂੜੇ ਤੇ ਪਾਉਂਦੀ ਹੈ, ਲੋਰੀਆਂ ਦੇ ਕੇ ਦੁੱਧ ਪਿਆ ਕੇ ਸੁਆ ਦਿੰਦੀ ਹੈ। ਬੱਚਾ ਸੌਂ ਗਿਆ, ਮਾਂ ਘਰ ਦੇ ਕੰਮਾਂ 'ਚ ਲੱਗ ਗਈ। ਇਹਨੇ ਚਿਰ ਨੂੰ ਬੱਚੇ ਨੂੰ ਕਿਤੇ ਜਾਗ ਆਈ, ਬੱਚੇ ਨੇ ਮਾੜੀ ਜੀ ਚੀਕ ਮਾਰੀ, ਮਾਂ ਜੋ ਕਰਦੀ ਸਭ ਕੁਝ ਛੱਡ ਕੇ ਨਾ ਇੱਕਦਮ। ਇੱਕ ਵਿਦਵਾਨ ਕਹਿੰਦਾ ਕਿ ਮਾਂ ਵੱਡੇ ਵੱਡੇ ਇਨਕਲਾਬ ਭੁੱਲ ਸਕਦੀ, ਪਰ ਆਪਣੇ ਬੱਚੇ ਦੀ ਚੀਕ ਨਹੀਂ ਸੁਣ ਸਕਦੀ, ਭੱਜ ਕੇ ਉਹਨੂੰ ਫੜੇਗੀ। ਇਸ ਕਰਕੇ ਮਾਂ ਸਭ ਤੋਂ ਪਹਿਲਾਂ ਬੱਚੇ ਨੂੰ ਚੁੱਕਦੀ ਹੈ। ਕਹਿੰਦੇ ਕਿ ਬਿਲਕੁਲ ਇਸ ਤਰ੍ਹਾਂ ਆਪਾਂ ਖੋਏ ਜੋਏ ਰਹਿ ਗੁਰੂ ਚਰਨ ਸਰਣ ਗਹਿ। ਜਿਹੜਾ ਆਪਣੇ ਮਨ ਦੀ ਮੱਤ ਤੇ ਆ ਕੇ ਦੁਨੀਆ ਦੇ ਓਟ ਆਸਰਿਆਂ ਤੋਂ ਉੱਚਾ ਉੱਠ ਕੇ ਕੇਵਲ ਤਾਂ ਕੇਵਲ ਗੁਰੂ ਦਾ, ਪ੍ਰਭੂ ਦਾ ਆਸਰਾ ਲੈ ਕੇ ਜ਼ਿੰਦਗੀ ਬਤੀਤ ਕਰਦਾ ਹੈ, ਪਰਮਾਤਮਾ ਵੀ ਉਹਦਾ ਇਦਾਂ ਹੀ ਧਿਆਨ ਰੱਖਦਾ। ਪਰਮਾਤਮਾ ਇਦਾਂ ਧਿਆਨ ਰੱਖਦਾ। ਜਿਹਨੇ ਦੁਨਿਆਵੀ ਆਸਰੇ ਤਕਾ ਲਏ ਉਹ ਦੁਨਿਆਵੀ ਆਸਰਿਆਂ ਤੇ ਤੁਰਿਆ ਫਿਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਰੱਬ ਦੇ ਪਿਆਰੇ ਨੇ ਆਪਣਾ ਖਸਮ ਜਨ ਆਪ ਧਿਆਇਆ। ਸੇਵਕਾਂ ਨੇ ਆਪਣੇ ਖਸਮ ਨੂੰ ਚੇਤੇ ਕੀਤਾ, ਰੱਬ ਨੂੰ ਯਾਦ ਕੀਤਾ, ਹੋਰ ਕੋਈ ਨਹੀਂ। ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸੁਲੀ ਖਾਂ ਚੜ੍ਹ ਕੇ ਆ ਰਿਹਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੁਲੀ ਖਾਂ ਆ ਰਿਹਾ, ਨੁਕਸਾਨ ਕਰੇਗਾ ਅੰਮ੍ਰਿਤਸਰ ਦਾ ਆ ਕੇ, ਤੁਸੀਂ ਕਿਰਪਾ ਕਰਕੇ ਕੋਈ ਬੰਦੇ 2-4 ਭੇਜੋ, ਉਹਦੇ ਨਾਲ ਸਮਝੌਤਾ ਕਰ ਲਓ, ਕੋਈ ਚਿੱਠੀ ਭੇਜ ਦਿਓ, ਉਹਦੇ ਨਾਲ ਗੱਲਬਾਤ ਕਰ ਲਓ। ਮਹਾਰਾਜ ਜੀ ਕੋਈ ਹੋਰ ਯਤਨ ਕਰੋ ਤਾਂ ਕਿ ਇੱਥੇ ਨਗਰ 'ਚ ਆ ਨਾ ਸਕੇ, ਨੁਕਸਾਨ ਹੋਏਗਾ। ਸਤਿਗੁਰੂ ਸਾਹਿਬ ਜੀ ਨੇ ਉਸ ਵੇਲੇ ਉਸ ਘਟਨਾ ਨੂੰ ਵੀ ਅੰਕਿਤ ਕੀਤਾ। ਪ੍ਰਥਮੀ ਮਤਾ ਕਿ ਪਤਰੀ ਪਠਾਵੋ, ਦੁਤੀਆ ਮਤਾ ਦੋ ਮਨੁੱਖ ਬਚਾਹੋ, ਤ੍ਰਿਤੀਆ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆਇਆ। ਕਹਿਣ ਲੱਗੇ ਮੈਨੂੰ ਸਲਾਹ ਦਿੱਤੀ ਕਿ ਕੋਈ ਚਿੱਠੀ ਭੇਜੋ ਅੱਗੋਂ ਦੀ, ਜਾਂ ਕੋਈ ਬੰਦੇ ਭੇਜ ਦਿਓ ਗੱਲਬਾਤ ਕਰਨ ਦੇ ਲਈ, ਜਾਂ ਕੋਈ ਹੋਰ ਯਤਨ ਕਰੋ। ਪਰ ਵਾਹਿਗੁਰੂ ਜੀ ਮੈਂ ਸਭ ਕੁਝ ਛੱਡ ਕੇ ਨਾ ਕੇਵਲ ਤੁਹਾਨੂੰ ਹੀ ਚੇਤੇ ਕੀਤਾ, ਤੁਹਾਡੇ ਚਰਨਾਂ 'ਚ ਅਰਦਾਸ ਕੀਤੀ ਹੈ। ਸਾਹਿਬ ਕਹਿੰਦੇ ਕਿ ਰੱਬ ਦਾ ਸੇਵਕ ਜਿਹੜਾ ਉਹ ਕੇਵਲ ਪ੍ਰਮਾਤਮਾ ਦਾ ਆਸਰਾ ਲੈਂਦਾ, ਪ੍ਰਮਾਤਮਾ ਨੂੰ ਚੇਤੇ ਕਰਦਾ। ਤੇ ਜੇ ਉਹ ਪ੍ਰਮਾਤਮਾ ਨੂੰ ਚੇਤੇ ਕਰਦਾ, ਇਆਣਾ ਪਾਪੀ ਉਹ ਆਪ ਪਚਾਇਆ। ਉਹ ਜਿਹੜਾ ਇਆਣਾ ਦਾ ਅਰਥ ਅਗਿਆਨੀ, ਜਿਹਨੂੰ ਗਿਆਨ ਨਹੀਂ ਹੈ। ਦੇਖੋ ਕਿੰਨਾ ਅਗਿਆਨੀ ਹੈ ਉਹ ਬੰਦਾ, ਗੁਰੂ ਘਰ 'ਚ ਰਹਿੰਦਾ ਹੈ, ਉਹਨੂੰ ਪਤਾ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੀ ਵਡਿਆਈ ਹੈ, ਉਹਨੂੰ ਇਹ ਵੀ ਪਤਾ ਹੈ ਕਿ ਗੁਰੂ ਸਾਹਿਬ ਜੀ ਕਿੰਨੇ ਪਰਉਪਕਾਰ ਕਰ ਰਹੇ ਨੇ, ਉਹਨੂੰ ਇਹ ਵੀ ਪਤਾ ਹੈ ਕਿ ਗੁਰੂ ਕੇ ਸਿੱਖ ਜਾਂ ਗੁਰੂ ਕੀਆਂ ਸੰਗਤਾਂ ਗੁਰੂ ਨਾਲ ਕਿੰਨਾ ਪਿਆਰ ਕਰਦੀਆਂ ਨੇ, ਔਰ ਗੁਰੂ ਘਰ 'ਚ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੀ ਕਿੰਨੀ ਵੱਡੀ ਅਹਿਮੀਅਤ ਹੈ ਉਹਨੂੰ ਪਤਾ। ਲੇਕਿਨ ਸਭ ਕੁਝ ਕਰਦਿਆਂ ਹੋਇਆ ਉਹ ਕਿੰਨਾ ਇਆਣਾ ਬਣ ਗਿਆ, ਮੂਰਖ ਬਣ ਗਿਆ। ਜਿਹੜਾ ਲਾਲਚ ਹੈ ਨਾ ਮਨੁੱਖ, ਲਾਲਚੀ ਮਨੁੱਖ ਜਿਹੜੇ ਜ਼ਿੰਦਗੀ 'ਚ ਨੀਵੇਂ ਤੋਂ ਨੀਵਾਂ ਕਰਮ ਕਰ ਸਕਦੇ।
ਗੁਰਬਾਣੀ ਅੰਦਰ ਲੋਭੀ ਮਨੁੱਖ ਦਾ ਜ਼ਿਕਰ ਕੀਤਾ ਸਤਿਗੁਰੂ ਜੀ ਨੇ। ਲੋਭੀ ਮਨੁੱਖ ਹੀ ਕੁਝ ਕਰ ਸਕਦਾ। ਕਹਿਣਗੇ ਇਹ ਲੋਭਾ ਲੰਪਟ ਸੰਗ ਸਰਮੋਰ ਹੈ ਅਨਕ ਲਹਿਰੀ ਕਲੋਲ ਤੇ। ਇਹ ਲੋਭ ਜਿਹੜਾ ਤੇਰੀਆਂ ਲਹਿਰਾਂ 'ਚ ਫਸ ਗਿਆ ਨਾ, ਉਹ ਤੇ ਫਿਰ ਬੜੇ ਕਲੋਲ ਕਰਦਾ। ਜਿਵੇਂ ਪਾਣੀ ਦੀਆਂ ਲਹਿਰਾਂ 'ਚ ਨਹੀਂ ਬੰਦਾ ਫਸ ਜੇ ਤੇ ਘੁੰਮਣ ਘੇਰੀ 'ਚ ਇੱਧਰ ਉੱਧਰ ਤੁਰਿਆ ਫਿਰਦਾ। ਜਿਹੜਾ ਲੋਭ ਦੀਆਂ ਲਹਿਰਾਂ 'ਚ ਫਸ ਗਿਆ, ਉਹ ਭਾਵੇਂ ਜਿੰਨੇ ਮਰਜ਼ੀ ਵੱਡੇ ਰੁਤਬੇ ਦੇਖਦੇ। ਤੁਸੀਂ ਦੇਖਦੇ ਹੋ ਆਪਣੇ ਲੋਭ ਦੀ ਖਾਤਰ, ਆਪਣੇ ਸਵਾਰਥ ਦੀ ਖਾਤਰ ਬੰਦਾ ਕਿੰਨੀਆਂ ਕਿੰਨੀਆਂ ਕਮੀਨੀਆਂ ਹਰਕਤਾਂ ਕਰ ਸਕਦਾ, ਕਿੰਨਾ ਝੂਠ ਬੋਲ ਸਕਦਾ। ਸਾਡੇ ਆਲੇ ਦੁਆਲੇ ਕੀ ਹੋ ਰਿਹਾ ਆਪਾਂ ਦੇਖਦੇ ਹਾਂ ਰਾਜਨੀਤੀ ਦੀ ਦੁਨੀਆ 'ਚ। ਕੇਵਲ ਆਪਣੇ ਸਵਾਰਥ ਦੀ ਖਾਤਰ ਮਨੁੱਖ ਰੱਬ ਦੇ ਨਾਲ ਟੱਕਰ ਲਾ ਲੈਂਦਾ। ਆਪਾਂ ਦੇਖਦੇ ਹਾਂ ਗੁਰੂ ਸਾਹਿਬ ਦੀ ਬੇਅਦਬੀ ਹੋਈ, ਲੇਕਿਨ ਇਹੋ ਜਿਹੀ ਸੋਚ ਵਾਲਿਆਂ ਤੇ ਕੋਈ ਅਸਰ ਹੋਇਆ? ਉਹ ਆਪਣੀ ਰਾਜਨੀਤੀ ਦੇ ਲਈ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜੇ ਚਰਚਾ ਕਰਦੇ ਨੇ, ਆਪਣੇ ਸਵਾਰਥ ਲਈ ਕਰਦੇ ਨੇ। ਹਰਿਮੰਦਰ ਸਾਹਿਬ ਦੀ ਚਰਚਾ ਕਰਦੇ ਨੇ, ਆਪਣੇ ਸਵਾਰਥ ਲਈ ਕਰਦੇ ਨੇ। ਆਪ ਉਹੀ ਕੁਝ ਕਰੀ ਜਾਂਦੇ, ਦੂਜਿਆਂ ਨੂੰ ਬਦਨਾਮ ਕਰਨ ਲਈ ਆਪਣੇ ਸਵਾਰਥ ਲਈ ਫਿਰ ਉਹੀ ਸ਼ੁਰੂ ਕਰ ਦਿੰਦੇ ਨੇ। ਇਹ ਲੋਭੀ ਮਨੁੱਖ ਦੀ ਪਹਿਚਾਣ ਹੈ। ਇਹ ਲੋਭਾ ਲੰਪਟ ਸੰਗ ਸਰ ਮੋਰ ਹੈ ਅਨਕ ਲਹਿਰੀ ਕਲੋਲ ਤੇ। ਇਹ ਲੋਭ ਜਿਹੜਾ ਤੇਰੀਆਂ ਲਹਿਰਾਂ 'ਚ ਫਸ ਗਿਆ, ਉਹ ਬੜੇ ਕਲੋਲ ਕਰਦਾ ਤੇਰੀਆਂ ਲਹਿਰਾਂ 'ਚ ਫਸ ਕੇ। ਤਵੰਤ ਜੀਆ ਅਨਕ ਪ੍ਰਕਾਰੰਗ ਅਨਕ ਭਾਂਤ ਬੋ ਢੋਲ ਤੇ। ਇਹ ਲੋਭ ਜਿਹੜੇ ਤੇਰੇ 'ਚ ਫਸ ਗਏ, ਤੂੰ ਤੇ ਕਈ ਤਰੀਕਿਆਂ ਨਾਲ ਉਹਨਾਂ ਨੂੰ ਭਜਾਈ ਫਿਰਦਾ। ਉਹ ਬੜੇ ਡਾਵਾਂਡੋਲ ਰਹਿੰਦੇ ਨੇ, ਕਈ ਰੰਗ ਬਦਲਦੇ, ਗਿਰਗਟ ਵਾਂਗੂ ਕਈ ਰੰਗ ਬਦਲਦੇ ਨੇ। ਅੱਜ ਕੁਝ ਕੱਲ ਨੂੰ ਕੋਈ ਬਿਆਨ ਆ ਜਾਂਦਾ, ਦੇਖਦੇ ਗਿਰਗਟ ਵਾਂਗੂ ਰੰਗ ਬਦਲਦੇ ਨੇ। ਔਰ ਇੰਨੇ ਅੰਦਰੋਂ ਢੀਠ ਹੁੰਦੇ ਨੇ ਲੋਭੀ ਲੋਕ, ਸਵਾਰਥੀ ਲੋਕ। ਲੋਕਾਂ ਦੀਆਂ ਨਜ਼ਰਾਂ 'ਚ ਫਿਰ ਧਰਮਾਤਮਾ, ਮਾੜਾ ਲੋਕਾਂ ਨੂੰ ਬਣਾ ਦਿੰਦੇ ਨੇ, ਉਹ ਫਿਰ ਧਰਮਾਤਮਾ ਬਣ ਜਾਂਦੇ ਨੇ। ਇਹ ਲੋਭ ਦੀ ਪਹਿਚਾਣ ਹੈ। ਕਹਿਣਗੇ ਅਨਕ ਭਾਂਤ ਬਹੁ ਡੋਲ ਤੇ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਮਾਤ ਪਿਤਾ ਤਵ ਲੱਜਿਆ। ਇਹ ਲੋਭ ਜਿਹੜਾ ਤੇਰੇ ਢੇ ਚੜ ਗਿਆ ਨਾ, ਉਹਨੂੰ ਕੋਈ ਮਿੱਤਰਾਂ ਦੀ ਪਰਵਾਹ ਨਹੀਂ। ਉਹ ਮਿੱਤਰਾਂ ਨੂੰ ਵੀ ਮਾਰ ਸਕਦਾ, ਉਹ ਮਿੱਤਰ ਮਾਰ ਕਰ ਸਕਦਾ। ਉਹਨੂੰ ਮਿੱਤਰਾਂ ਦੀ ਕੋਈ ਪਰਵਾਹ ਨਹੀਂ ਕਿ ਮੇਰੇ ਮਿੱਤਰ ਨੇ। ਆਪਾਂ ਦੇਖਦੇ ਹਾਂ ਰਾਜਨੀਤੀ ਦੀ ਦੁਨੀਆ ਅੰਦਰ ਜਿਨ੍ਹਾਂ ਲੋਕਾਂ ਦੇ ਆਸਰਾ ਲੈ ਕੇ ਲੋਕ ਅੱਗੇ ਵੱਧਦੇ ਨੇ, ਉਹਨਾਂ ਨੂੰ ਹੀ ਮਾਰਨਾ ਸ਼ੁਰੂ ਕਰ ਦਿੰਦੇ ਨੇ। ਸਾਡੀ ਬਰਾਬਰਤਾ ਦੇ ਨਾਂ 'ਚ। ਇਹ ਲੋਭ ਦੀ ਪਹਿਚਾਣ ਹੈ। ਨੱਚ ਮਿੱਤਰੰਗ, ਲੋਭੀ ਬੰਦਾ ਕਿਸੇ ਮਿੱਤਰ ਦੀ ਪਰਵਾਹ ਨਹੀਂ ਕਰਦਾ, ਮਿੱਤਰ ਮਾਰ ਕਰ ਸਕਦਾ ਹੈ। ਨੱਚ ਮਿੱਤਰੰਗ ਨੱਚ ਇਸ਼ਟੰਗ, ਉਹ ਆਪਣੇ ਇਸ਼ਟ ਦੀ ਕੋਈ ਪਰਵਾਹ ਨਹੀਂ ਕਰਦਾ। ਉਹ ਕਹੇਗਾ ਮੈਨੂੰ ਫਲਾਣੇ ਦੀ ਸਹੁੰ ਹੈ, ਫਲਾਣੇ ਦੀ ਸਹੁੰ ਹੈ। ਜਿਹਦੀ ਸਹੁੰ ਖਾਂਦਾ ਉਹਨੂੰ ਖਤਮ ਕਰਨ ਲਈ ਤਿਆਰ ਹੋ ਜਾਏਗਾ, ਉਹਦੀ ਬੇਕਦਰੀ ਕਰਨ ਲਈ ਤਿਆਰ ਹੋ ਜਾਏਗਾ। ਨੱਚ ਇਸ਼ਟੰਗ ਨੱਚ ਮਾਤ ਪਿਤਾ ਤਵ ਲੱਜਿਆ। ਇਹ ਲੋਭ ਜਿਹੜਾ ਤੇਰੇ ਢੇ ਚੜ ਗਿਆ, ਉਹਨੂੰ ਕੋਈ ਮਾਂ ਦੀ ਪਿਓ ਦੀ ਕੋਈ ਲੱਜਿਆ ਨਹੀਂ ਹੁੰਦੀ। ਮਾਂ ਪਿਓ ਦੀ ਕੋਈ ਪਰਵਾਹ ਨਹੀਂ ਕਰਦਾ। ਰੱਬ ਦੀ ਉਹਨੇ ਪਰਵਾਹ ਕੀ ਕਰਨੀ ਜਿਹੜਾ ਮਾਂ ਪਿਓ ਦੀ ਪਰਵਾਹ ਨਹੀਂ ਕਰਦਾ। ਜਿਹੜਾ ਮਾਂ ਪਿਓ ਦੇਖੋ ਨਾ, ਸਾਡੇ ਸਾਹਮਣੇ ਰੱਬ ਦਾ ਰੂਪ ਹੀ ਨੇ। ਜਿਸ ਮਾਂ ਨੇ ਜਨਮ ਦਿੱਤਾ, ਜਿਸ ਪਿਓ ਨੇ ਪਾਲਿਆ, ਕਿੰਨਾ ਸੰਘਰਸ਼ ਕਰਕੇ ਸਾਨੂੰ ਉਹਨਾਂ ਵੱਡਿਆਂ ਕੀਤਾ, ਪੜ੍ਹਾਇਆ। ਮਾਂ ਪਿਓ ਦੀ ਕੁਰਬਾਨੀ ਕੋ ਘੱਟ ਹੈ? ਕਿੰਨਾ ਜਫਰ ਜਲਦੇ ਨੇ ਮਾਂ ਪਿਓ। ਦੁੱਖ ਵੇਲੇ ਬੱਚਾ ਮਾੜਾ ਜਿਹਾ ਦੁਖੀ, ਆਪ ਦੁਖੀ ਹੋ ਜਾਂਦੇ ਨੇ। ਕਰਜ਼ੇ ਚੁੱਕ ਚੁੱਕ ਕੇ ਮਾਂ ਪਿਓ ਪੜ੍ਹਾਉਂਦੇ ਨੇ, ਬੱਚਿਆਂ ਦਾ ਇਲਾਜ ਕਰਾਉਂਦੇ ਨੇ, ਬੱਚਿਆਂ ਨੂੰ ਵਿਆਹੁੰਦੇ ਨੇ। ਤੇ ਜਿਹੜਾ ਮਾਂ ਪਿਓ ਨੂੰ ਭੁੱਲ ਗਿਆ, ਉਹਨੇ ਰੱਬ ਨੂੰ ਕੀ ਚੇਤੇ ਕਰਨਾ? ਉਹ ਰੱਬ ਨੂੰ ਬਿਲਕੁਲ ਨਹੀਂ ਚੇਤੇ ਕਰੇਗਾ। ਮਾਂ ਪਿਓ ਦੀ ਸੇਵਾ ਤੋਂ ਹੀ ਤੇ ਰੱਬ ਦੀ ਗੱਲ ਸ਼ੁਰੂ ਹੋਣੀ ਹੈ। ਜਿਹਦੇ ਮਨ 'ਚ ਮਾਂ ਪਿਓ ਲਈ ਪਿਆਰ ਨਹੀਂ ਹੈ, ਉਹ ਰੱਬ ਨੂੰ ਕੀ ਚੇਤੇ ਕਰੇਗਾ? ਬਿਲਕੁਲ ਅਡੰਬਰ ਕਰ ਰਿਹਾ ਉਹ ਬੰਦਾ। ਆਪਣਾ ਮੁਲਕ ਜਿੱਥੇ ਰੱਬ ਦਾ ਬੜਾ ਰੌਲਾ ਪਾਇਆ ਜਾਂਦਾ ਜੀ, ਬੜਾ ਧਰਮ ਨੂੰ ਮੰਨਣ ਵਾਲਾ ਮੁਲਕ ਹੈ। ਆਪਣੇ ਮੁਲਕ ਤੇ ਬਿਰਧ ਆਸ਼ਰਮਾਂ 'ਚ ਤੁਸੀਂ ਜਾ ਕੇ ਦੇਖ ਲਓ, ਮਾਂ ਪਿਓ ਰੁਲਦੇ ਨੇ। ਮਾਂ ਪਿਓ ਇੱਧਰ ਬੈਠਾ ਹੈ ਤੇ ਬੱਚੇ ਤੀਰਥ ਯਾਤਰਾ ਤੇ ਤੁਰੇ ਫਿਰਦੇ ਨੇ। ਇਹ ਧਰਮ ਕਾਹਦਾ ਹੋਇਆ? ਸਭ ਤੋਂ ਵੱਡਾ ਤੀਰਥ ਪਹਿਲੀ ਗੱਲ ਬਜ਼ੁਰਗਾਂ ਦੀ ਸੇਵਾ ਹੈ। ਸਭ ਤੋਂ ਵੱਡਾ ਤੀਰਥ ਸਾਨੂੰ ਸਤਸੰਗਤ ਦਿੱਤਾ ਗੁਰੂ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਮਾਤ ਪਿਤਾ ਤਵ ਲੱਜਿਆ। ਇਹ ਲੋਭ ਜਿਹੜਾ ਤੇਰੇ ਢੇ ਚੜ ਗਿਆ, ਉਹਨੂੰ ਮਿੱਤਰਾਂ ਦੀ ਕੋਈ ਪਰਵਾਹ ਨਹੀਂ ਹੈ। ਉਹ ਆਪਣੇ ਇਸ਼ਟ ਗੁਰੂ ਦੀ ਕੋਈ ਪਰਵਾਹ ਨਹੀਂ ਕਰਦਾ, ਉਹ ਰੱਬ ਦੀ ਕੋਈ ਪਰਵਾਹ ਨਹੀਂ ਕਰਦਾ। ਉਹ ਮਾਂ ਪਿਓ ਦੀ ਵੀ ਕੋਈ ਲੱਜਾ ਨਹੀਂ ਰੱਖਦਾ, ਕੋਈ ਸ਼ਰਮ ਸ਼ਰਮ ਨਹੀਂ ਰੱਖਦਾ ਕਿ ਮਾਂ ਹੈ ਮੇਰੇ ਕੋਲ, ਪਿਓ ਹੈ, ਜਾਂ ਇਹਨਾਂ ਦੀ ਕੋਈ ਲਾਜ ਰੱਖਣੀ। ਅਕਰਣੰ ਕ੍ਰੋਧ ਅਖਾਦੰ ਖਾਦ ਅਸਾਜੰਗ ਸਾਜ ਸਮਝਿਆ। ਲੋਭੀ ਬੰਦਾ ਉਹ ਕੁਝ ਕਰ ਸਕਦਾ ਹੈ ਜਿਹਨੂੰ ਕੋਈ ਨਾ ਕਰ ਸਕਦਾ ਹੋਵੇ। ਦੇਖੋ ਨਾ ਇਹਦੋਂ ਵੱਡੀ ਲੋਭ ਦੀ ਗੱਲ ਕਿ ਇਹਨੂੰ ਲੋਭ ਮਿਲਿਆ ਕਿ ਤੂੰ ਸਾਹਿਬਜ਼ਾਦੇ ਨੂੰ ਖਤਮ ਕਰ ਦੇ, ਤੇ ਇਹਨੇ ਕਰਨਾ ਪ੍ਰਵਾਨ ਕਰ ਲਿਆ। ਦਹੀਂ ਛੋਟਾ ਬੱਚਾ ਰੱਬ ਦਾ ਰੂਪ ਹੁੰਦਾ ਹੈ। ਛੋਟਾ ਬੱਚਾ ਕਿਸੇ ਦਾ ਵੀ ਹੋਏ ਨਾ, ਆਪਾਂ ਜਾਨਵਰਾਂ ਦੇ ਜਗਤ ਨਜ਼ਰ ਮਾਰ ਕੇ ਦੇਖੀਏ, ਸ਼ੇਰ ਨੂੰ ਬੜਾ ਖੂੰਖਾਰ ਗਿਣਿਆ ਜਾਂਦਾ ਨੇ। ਤੁਸੀਂ ਬਹੁਤ ਕੋਈ ਡਿਸਕਵਰੀ ਤੇ ਦੇਖੋਗੇ, ਆਮ ਅੱਜ ਕੱਲ੍ਹ ਵੀਡੀਓ ਵਾਇਰਲ ਹੁੰਦੀਆਂ ਨੇ, ਉਹਦੇ ਸਾਹਮਣੇ ਕਿਤੇ ਹਿਰਨ ਦਾ ਬੱਚਾ ਆ ਜਾਏ ਤਾਂ ਉਹਨੂੰ ਮਾਰਦਾ ਨਹੀਂ ਹੈ। ਹਿਰਨ ਦੇ ਬੱਚੇ ਨੂੰ ਦੇਖ ਕੇ ਉਹਦਾ ਮਨ 'ਤੇ ਤਰਸ ਆ ਜਾਂਦਾ, ਸ਼ੇਰ ਦੇ ਮਨ 'ਚ ਤਰਸ ਆ ਜਾਂਦਾ। ਹੋਰ ਬੜੀਆਂ ਤੁਸੀਂ ਆਲੇ ਦੁਆਲੇ ਘਟਨਾਵਾਂ ਦੇਖੋਗੇ। ਇੱਕ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਸ਼ੇਰਨੀ ਦਾ ਬੱਚਾ ਪਿਆਸ ਨਾਲ ਮਰ ਰਿਹਾ ਹੈ, ਮਾਰੂਥਲ ਹੈ, ਗਰਮੀ ਹੈ, ਪਿਆਸ ਨਾਲ ਮਰ ਰਿਹਾ ਹੈ।
ਹੁਣ ਸ਼ੇਰਨੀ ਚੁੱਕ ਕੇ ਲਿਜਾ ਨਹੀਂ ਸਕਦੀ, ਭਾਰਾ ਹੈ। ਹਾਥੀ ਨੇ ਆਪਣੀ ਸੁੰਡ ਚੁੱਕਿਆ ਤੇ ਸ਼ੇਰਨੀ ਨਾਲ ਤੁਰੀ ਜਾ ਰਹੀ। ਇਹ ਹੈ ਪਸ਼ੂਆਂ ਦੇ ਜਗਤ ਦੀ ਗੱਲ। ਮਨੁੱਖ ਤੇ ਪਸ਼ੂਆਂ ਤੋਂ ਥੱਲੇ ਡਿੱਗ ਪਿਆ। ਬੱਚਿਆਂ ਨੂੰ ਮਾਰਨਾ, ਤੁਸੀਂ ਦੇਖਦੇ ਹੋ 84 'ਚ ਕੀ ਹੋਇਆ, ਬੱਚਿਆਂ ਨੂੰ ਮਾਰ ਦਿੱਤਾ ਗਿਆ, ਧੀਆਂ ਭੈਣਾਂ ਨੂੰ ਮਾਰ ਦਿੱਤਾ ਗਿਆ। ਮਨੁੱਖ ਇੰਨਾ ਡਿੱਗ ਸਕਦਾ ਹੈ ਕਿ ਉਹ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਲਈ ਤਿਆਰ ਹੋ ਜਾਂਦਾ ਹੈ। ਅੱਜ ਵੀ ਆਪਾਂ ਦੇਖਦੇ ਆਪਣੇ ਸਵਾਰਥ ਦੀ ਖਾਤਰ, ਕੇਵਲ ਪੈਸੇ ਦੀ ਖਾਤਰ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਵੱਲ ਲਾਈ ਜਾਣਾ, ਲੋਕਾਂ ਦੇ ਘਰਾਂ ਦੇ ਘਰ ਬਰਬਾਦ ਕਰਦੇ ਨੇ, ਉਜਾੜ ਦੇਣੇ। ਇਹਨੂੰ ਡਿੱਗਿਆ ਹੋਇਆ ਸਮਾਜ ਹੋਰ ਕਿਤੇ ਤੁਹਾਨੂੰ ਨਹੀਂ ਮਿਲਣਾ ਜਿੰਨਾ ਸਾਡਾ ਸਮਾਜ ਡਿੱਗ ਚੁੱਕਿਆ ਸੀ। ਕਹਿੰਦੇ ਨਸ਼ਿਆਂ ਦਾ ਬੜਾ ਜ਼ੋਰ ਹੈ। ਨਸ਼ੇ ਕੋ ਬਾਹਰੋਂ ਪਾਕਿਸਤਾਨ ਵਾਲਾ ਥੋੜਾ ਪ੍ਰਚਾਰਦਾ ਕਿ ਨਸ਼ੇ ਤੇ ਸਾਡੇ ਆਪਣੇ ਲੋਕ ਪ੍ਰਚਾਰਦੇ, ਜਿਨ੍ਹਾਂ ਦੇ ਮਨ 'ਚ ਲਾਲਚ ਹੈ ਕਿ ਪੈਸੇ ਕਮਾਉਣੇ ਨੇ, ਔਰ ਉਹਨਾਂ ਦਾ ਗੱਠਜੋੜ ਬੜਿਆ ਹੋਇਆ ਹੁਕੂਮਤਾਂ ਦੇ ਨਾਲ, ਧਾਰਮਿਕ ਲੋਕਾਂ ਦੇ ਨਾਲ, ਚੰਗੇ ਗੈਂਗ ਚੱਲ ਰਹੇ ਨੇ, ਲੇਕਿਨ ਉਹ ਫਿਰ ਚੰਗੇ ਦੇ ਚੰਗੇ ਨੇ। ਇਸ ਕਰਕੇ ਇਹਦੋਂ ਵੱਡਾ ਬੰਦਾ ਲੋਭੀ ਕੀ ਡਿੱਗ ਸਕਦਾ ਹੈ। ਅਕਰਣੰ ਕ੍ਰੋਧ ਅਖਾਦੰ ਖਾਜ ਅਸਾਜੰ ਸਾਜ ਸਮਝਿਆ। ਜਿਹਨੂੰ ਕੋਈ ਨਹੀਂ ਕਰ ਸਕਦਾ ਲੋਭੀ ਬੰਦਾ ਉਹ ਕੰਮ ਕਰ ਸਕਦਾ ਹੈ। ਜਿਹਨੂੰ ਕੋਈ ਨਹੀਂ ਖਾ ਸਕਦਾ ਲੋਭੀ ਬੰਦਾ ਉਹ ਖਾ ਸਕਦਾ ਹੈ। ਜਿਹੜੀ ਵਿਉਂਤ, ਜਿਹੜੀ ਬਣਤ ਕੋਈ ਨਹੀਂ ਬਣਾ ਸਕਦਾ, ਉਹ ਵਿਉਂਤ ਲੋਭੀ ਬੰਦਾ ਬਣਾ ਸਕਦਾ ਹੈ। ਲੋਭੀ ਬੰਦਾ ਆਪਣੇ ਸਵਾਰਥ ਦੀ ਖਾਤਰ ਕੁਝੀਆਂ ਤੋਂ ਕੁਝੀਆਂ ਚਾਲਾਂ ਚੱਲ ਸਕਦਾ ਹੈ। ਸਾਹਿਬ ਜੀ ਕਹਿੰਦੇ ਨੇ ਕਿ ਇਹ ਬ੍ਰਾਹਮਣ ਅਖਵਾਉਣ ਨੂੰ ਬ੍ਰਾਹਮਣ ਹੈ, ਲੇਕਿਨ ਇਹ ਦੇਖੋ ਲੋਭ ਦੇ ਵਿੱਚ ਕਿੰਨਾ ਡਿੱਗ ਗਿਆ, ਪਾਪ ਕਰਮ ਤੇ ਆ ਗਿਆ। ਪਰ ਇਆਣਾ ਪਾਪੀ ਉਹ ਆਪ ਬਚਾਇਆ। ਪਰਮਾਤਮਾ ਨੇ ਅਜਿਹੇ ਬੰਦੇ ਨੂੰ, ਪਾਪੀ ਬੰਦੇ ਨੂੰ ਆਪ ਹੀ ਖਤਮ ਕਰ ਦਿੱਤਾ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਆਪਣੇ ਸੇਵਕਾਂ ਦਾ ਮਾਂ ਪਿਓ ਹੈ। ਅਜੇ ਦੁਨਿਆਵੀ ਤੌਰ ਤੇ ਮਾਂ ਪਿਓ ਹੋ ਸਕਦਾ, ਪੂਰਨ ਤੌਰ ਤੇ ਮਾਂ ਪਿਓ ਵਾਲੀ ਡਿਊਟੀ ਨਾ ਨਿਭਾ ਸਕਣ। ਦੇਖੋ ਕਿਸੇ ਬੱਚੇ ਨੂੰ ਜਨਮ ਦੇਣ ਨਾਲ ਹੀ ਕੋਈ ਮਾਂ ਪਿਓ ਨਹੀਂ ਬਣ ਜਾਂਦਾ। ਕਿਸੇ ਬੱਚੇ ਨੂੰ ਸਰੀਰਕ ਤੌਰ ਤੇ ਜਨਮ ਦੇਣ ਨਾਲ ਕੋਈ ਮਾਂ ਪਿਓ ਨਹੀਂ ਬਣ ਜਾਂਦਾ। ਮਾਂ ਪਿਓ ਦੇ ਅੰਦਰ ਤਾਂ ਕੁਝ ਸੰਸਕਾਰ, ਕੁਝ ਜਜ਼ਬੇ, ਕੁਝ ਭਾਵਨਾਵਾਂ ਹੁੰਦੀਆਂ ਨੇ। ਮਾਂ ਪਿਓ ਦਾ ਅਰਥ ਕੇਵਲ ਜਨਮ ਦੇਣ ਨਾਲ ਹੀ ਸੰਬੰਧਿਤ ਨਹੀਂ ਹੈ, ਤੇ ਪਹਿਲੀ ਪ੍ਰਕਿਰਿਆ ਹੈ। ਬਹੁਤ ਸਾਰੀਆਂ ਮਾਵਾਂ ਤੁਸੀਂ ਦੇਖੋਗੇ ਜਿਹੜੇ ਜੰਮਦੇ ਬੱਚਿਆਂ ਨੂੰ ਸੜਕਾਂ ਤੇ ਸੁੱਟ ਦਿੰਦੀਆਂ ਨੇ, ਉਹਨੂੰ ਮਾਂ ਕਹੋਗੇ ਤੁਸੀਂ। ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਵੇਚ ਦਿੰਦੀਆਂ ਨੇ, ਉਹਨਾਂ ਨੂੰ ਮਾਂ ਕਹੋਗੇ ਤੁਸੀਂ। ਬਹੁਤ ਸਾਰੀਆਂ ਮਾਵਾਂ ਜਿਹੜੀਆਂ ਨੇ ਬੱਚਿਆਂ ਨੂੰ ਬੁਰੇ ਕੰਮਾਂ ਵਾਲੇ ਬੰਨੇ ਪਾ ਦਿੰਦੀਆਂ ਨੇ, ਉਹਨਾਂ ਨੂੰ ਮਾਵਾਂ ਕਹੋਗੇ। ਬਹੁਤ ਸਾਰੇ ਪਿਓ ਪੱਥਰ ਦਿਲ ਨੇ ਜਿਹੜੇ ਬੱਚਿਆਂ ਨੂੰ ਛੱਡ ਕੇ ਭੱਜ ਚਲੇ ਜਾਂਦੇ ਨੇ, ਉਹਨਾਂ ਨੂੰ ਤੁਸੀਂ ਪਿਓ ਕਹੋਗੇ। ਮਾਂ ਪਿਓ ਕੇਵਲ ਜਨਮ ਦੇਣ ਨਾਲ ਨਹੀਂ ਕੋ ਬਣ ਜਾਂਦਾ। ਮਾਂ ਪਿਓ ਦਾ ਬਹੁਤ ਵੱਡਾ ਫਰਜ਼ ਹੈ। ਮਾਂ ਪਿਓ ਤਾਂ ਬੰਦਾ ਬਣਦਾ ਜਦੋਂ ਉਹਦੇ ਅੰਦਰ ਉਹ ਗੁਣ ਹੁੰਦੇ, ਰੱਬੀ ਗੁਣ, ਕਿ ਬੱਚੇ ਨੂੰ ਕਿਵੇਂ ਮਮਤਾ ਦੇਣੀ, ਚੰਗੇ ਸੰਸਕਾਰ ਦੇਣੇ, ਇਹਨਾਂ ਨੂੰ ਪਾਲਣਾ ਹੈ। ਉਹਦੇ ਅੰਦਰ ਆਪਣੇ ਬੱਚੇ ਦੇ ਲਈ ਕਿੰਨੀ ਖਿੱਚ ਹੁੰਦੀ ਹੈ। ਇਹ ਮਾਂ ਪਿਓ ਦੇ ਜਜ਼ਬੇ ਨੇ। ਇਸ ਕਰਕੇ ਪਰਮਾਤਮਾ ਮਾਂ ਪਿਓ, ਮੈਂ ਬੇਨਤੀ ਕਰ ਰਿਹਾ ਸਾਂ ਕਿ ਪਰਮਾਤਮਾ ਜਿਹੋ ਜਿਹਾ ਮਾਂ ਪਿਓ ਹੈ ਨਾ, ਅਸੀਂ ਦੁਨਿਆਵੀ ਤੌਰ ਤੇ ਉਹੋ ਜਿਹੇ ਅਜੇ ਮਾਂ ਪਿਓ ਬਣੇ ਨਹੀਂ ਹੈ। ਪਰਮਾਤਮਾ ਕਿੰਨੀ ਰੱਖਿਆ ਕਰਦਾ, ਕਿੰਨੀ ਪ੍ਰਤਪਾਲਣਾ ਕਰਦਾ, ਕਿੰਨਾ ਦਿਆਲੂ ਹੈ, ਕਿੰਨਾ ਕਿਰਪਾਲੂ ਹੈ। ਅਸੀਂ ਤੇ ਗੁੱਸੇ 'ਚ ਆ ਜਾਂਦੇ ਕਿ ਵੀਰ ਆਪਣੇ ਬੱਚਿਆਂ ਦੇ ਪ੍ਰਤੀ। ਪਰਮਾਤਮਾ ਨੂੰ ਤੇ ਕਦੀ ਗੁੱਸਾ ਵੀ ਨਹੀਂ ਆਉਂਦਾ। ਉਹ ਤੇ ਦੀਨ ਦਿਆਲ, ਨਿਆਦ ਦੁੱਖ ਨ ਦੇਖਤ ਹੈ ਪਰ ਦੇਤ ਨਹਾਰੇ। ਉਹ ਤੇ ਸਾਡੇ ਔਗਣ ਜਾਣਦਾ, ਲੇਕਿਨ ਉਹ ਪਰਮਾਤਮਾ ਫਿਰ ਵੀ ਸਾਡੀ ਸੰਭਾਲ ਕਰਦਾ, ਕਿਉਂਕਿ ਉਹ ਮਾਤ ਪਿਤਾ। ਅਸੀਂ ਰੋਜ਼ ਅਰਦਾਸ ਕਰਦੇ, ਤੁਮ ਮਾਤ ਪਿਤਾ ਹਮ ਬਾਹਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਜੇ ਅਤਕੋਪ ਕਰੇ ਕਰਤਾ ਆਇਆ ਤਾਂ ਵੀ ਚੀਤਨ ਰਾਖ ਮਾਇਆ, ਰਾਮਈਆ ਹੋ ਬਾਹਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਵਾਹਿਗੁਰੂ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੇ ਮਾਂ ਪਿਓ ਹੋ। ਭਗਤ ਜਿਨਾ ਹਰ ਮਾਂ ਪਿਓ ਬੇਟਾ। ਉਹ ਪਰਮਾਤਮਾ ਸਾਡਾ ਮਾਂ ਪਿਓ ਹੈ ਭਾਈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਪ੍ਰਮਾਤ ਪਿਤਾ ਆਪਣੀ ਦਾਸ ਕਾ ਰਖਵਾਲਾ। ਪਰਮਾਤਮਾ ਮਾਂ ਪਿਓ ਬਣ ਕੇ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਹੈ। ਹਰ ਥਾਂ ਤੇ ਉਹ ਬੱਚਿਆਂ ਦੇ ਨਾਲ ਰਹਿੰਦਾ ਹੈ। ਨਿੰਦਕ ਕਾ ਮਾਥਾ ਇਹਾਂ ਊਹਾਂ ਕਾਲਾ। ਜਿਹੜੇ ਨਿੰਦਕ ਲੋਕ ਨੇ, ਨਿੰਦਕ ਦਾ ਅਰਥ ਕੀ ਹੁੰਦਾ ਹੈ? ਨਿੰਦਾ ਦਾ ਅਰਥ ਇਹ ਹੁੰਦਾ ਹੈ ਕਿ ਫੁੱਲ ਹੈ ਤੇ ਫੁੱਲ ਨੂੰ ਕਹੀ ਜਾਣਾ ਜੀ ਇਹ ਕੰਡੇ, ਕੰਡਿਆਂ ਨੂੰ ਫੁੱਲ ਕਹਿਣਾ ਤੇ ਫੁੱਲ ਨੂੰ ਕੰਡੇ ਕਹਿਣਾ। ਕੰਡਿਆਂ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ, ਫੁੱਲ ਨੂੰ ਕੰਡੇ ਕਹਿਣਾ ਇਹ ਨਿੰਦਿਆ ਹੈ। ਕੋਈ ਬੰਦਾ ਸਾਧ ਸੰਤ ਸੁਭਾਅ ਹੈ, ਪਰਉਪਕਾਰੀ ਹੈ, ਉਹਦੇ ਤੇ ਇਲਜ਼ਾਮ ਲਾਈ ਜਾਣੇ ਬਿਨਾਂ ਕਾਰਨ ਤੋਂ ਝੂਠੇ, ਇਹਨੂੰ ਆਪਾਂ ਨਿੰਦਿਆ ਕਹਿ ਸਕਦੇ ਹਾਂ। ਤੇ ਕੋਈ ਬੰਦਾ ਹੈ ਬੜਾ ਦਗੇਬਾਜ਼, ਬਾਹਰੋਂ ਨੇ ਅਡੰਬਰ ਕੀਤਾ, ਉਹਨੂੰ ਸੰਤ ਕਹੀ ਜਾਣਾ, ਇਹਨੂੰ ਖੁਸ਼ਾਮਦ ਕਿਹਾ ਜਾਂਦਾ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਉਸਤਤ ਨਿੰਦਾ ਤੋਂ ਉੱਚਿਆਂ ਉਠਾਇਆ। ਉਸਤਤ ਨਿੰਦਾ ਦੋ ਤਿਆਗੈ ਖੋਜੇ ਪਦ ਨਿਰਵਾਨਾ।
ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਨਿੰਦਕ ਹੈ, ਦੇਖੋ ਨਿੰਦਕ ਬੰਦਾ ਜਿਹੜਾ ਹੈ ਉਹ ਨਿੰਦਾ ਤੋਂ ਬਾਜ ਨਹੀਂ ਆ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਗੱਲ ਕੀ ਕਿ ਦੁਨੀਆ ਦੇ ਸਾਰੇ ਰੋਗਾਂ ਦਾ ਇਲਾਜ ਹੈ, ਲੇਕਿਨ ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੀਂ। ਜਿਹੜਾ ਦੁਖੀ ਬੰਦਾ ਹੈ ਨਾ, ਨਿੰਦਕ ਦਾ ਦੂਜਿਆਂ ਦਾ ਦੁੱਖ ਹੀ, ਦੂਜਿਆਂ ਦਾ ਭਲਾ ਨਹੀਂ ਚਾਹੁਣ ਵਾਲਾ, ਜਿਵੇਂ ਕਿ ਉਹਨਾਂ 'ਤੇ ਇਲਜ਼ਾਮ ਲਾਉਣੇ, ਜਿਵੇਂ ਕਿ ਉਹਨਾਂ ਦਾ ਨੁਕਸਾਨ ਕਰਨ ਦਾ ਯਤਨ ਕਰਨਾ। ਜਿਹੜਾ ਅੰਦਰੋਂ ਨਿੰਦਕ ਹੈ, ਦੁਸ਼ਟ ਹੈ, ਤੁਸੀਂ ਸਾਰੇ ਰੋਗਾਂ ਦਾ ਇਲਾਜ ਲੱਭ ਲਓਗੇ, ਕੋਈ ਨਾ ਕੋਈ ਇਲਾਜ ਹੋ ਜਾਏਗਾ, ਯਤਨ ਕੀਤਾ ਜਾ ਸਕਦਾ, ਪਰ ਨਿੰਦਕ ਕਾ ਦਾਰੂ ਨਾ ਹੈ। ਨਿੰਦਕ ਮਨੁੱਖ ਦਾ ਕੋਈ ਇਲਾਜ ਨਹੀਂ ਹੈ। ਨਿੰਦਕ ਜਿਹੜਾ ਨਾ ਉਹ ਹਮੇਸ਼ਾ ਨਿੰਦਿਆ ਹੀ ਕਰਦਾ, ਜਿੱਥੇ ਚਲਿਆ ਜਾਏ ਉਹਦਾ ਕੰਮ ਕੇਵਲ ਤਾਂ ਕੇਵਲ ਨਿੰਦਾ ਕਰਨਾ ਹੈ। ਉਹਨੂੰ ਰੱਬ ਨੇ ਬਣਾਇਆ ਇਹੋ ਜਿਹੀ ਹੈ, ਤੇ ਰੱਬ ਦੇ ਪਿਆਰੇ ਇਹੋ ਜਿਹੀ ਦੀ ਕੋਈ ਪਰਵਾਹ ਨਹੀਂ ਕਰਦੇ। ਰੱਬ ਦੇ ਪਿਆਰੇ ਕਹਿੰਦੇ ਨੇ ਨਿੰਦੋ ਨਿੰਦੋ ਲੋਗੋ ਮੋਗੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹ ਕਹਿੰਦੇ ਨਿੰਦਕ ਹਮਾਰੇ ਕੱਪੜੇ ਧੋਵੇ, ਜਿਵੇਂ ਕੱਪੜੇ ਧੋਣ ਵਾਲਾ ਜਿਹੜਾ ਹੈ ਨਾ ਉਹ ਕੱਪੜਿਆਂ 'ਚੋਂ ਮੈਲ ਨਹੀਂ ਉਤਾਰਦਾ, ਕਹਿਣਗੇ ਨਿੰਦਕ ਤਾਂ ਸਗੋਂ ਸਾਡੀ ਮੈਲ ਉਤਾਰਦਾ, ਸਾਡੇ ਕੱਪੜੇ ਧੋਂਦਾ। ਨਿੰਦਕ ਹਮਾਰਾ ਜੀਵਨ ਲੋਰੇ, ਨਿੰਦਕ ਤਾਂ ਸਾਡਾ ਭਲਾ ਚਾਹੁੰਦਾ, ਲੇਕਿਨ ਨਿੰਦਕ ਦੂਜਿਆਂ ਦੀ ਨਿੰਦਾ ਤੇ ਕਰਦਾ, ਦੂਜਿਆਂ ਦਾ ਬੁਰਾ ਤਾਂ ਕਰਦਾ, ਨਿੰਦਕ ਦਾ ਆਪਣਾ ਕਦੀ ਭਲਾ ਨਹੀਂ ਹੁੰਦਾ। ਨਿੰਦਕ ਦਾ ਇੱਥੇ ਵੀ ਤੇ ਪਰਲੋਕ ਵਿੱਚ ਵੀ ਮੂੰਹ ਕਾਲਾ ਹੁੰਦਾ। ਸਾਹਿਬ ਜੀ ਕਹਿੰਦੇ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ, ਭਈ ਦਾਸ ਨਾਨਕ ਦੀ ਪ੍ਰਮਾਤਮਾ ਨੇ ਅਰਦਾਸ ਸੁਣੀ। ਸਤਿਗੁਰੂ ਦੀ ਅਰਦਾਸ ਤਾਂ ਹਮੇਸ਼ਾ ਸਰਬੱਤ ਦੇ ਭਲੇ ਲਈ ਹੈ। ਬਈ ਸਤਿਗੁਰੂ ਜੀ ਨੇ ਤੇ ਮਨੁੱਖਤਾ ਦੇ ਭਲੇ ਲਈ ਕਾਰਜ ਕੀਤੇ ਨੇ। ਸਾਹਿਬ ਕਹਿੰਦੇ ਸਾਡੀ ਤੇ ਵਾਹਿਗੁਰੂ ਅੱਗੇ ਹੀ ਅਰਦਾਸ ਹੈ, ਤੇ ਪ੍ਰਮਾਤਮਾ ਨੇ ਸਾਡੀ ਅਰਦਾਸ ਸੁਣੀ। ਮਲੇਸ਼ ਪਾਪੀ ਪਚਿਆ ਪਿਆ ਨਿਰਾਸ, ਇਹ ਬੜਾ ਅੰਦਰੋਂ ਮਲੇਸ਼ ਬਿਰਤੀ ਵਾਲਾ ਮੈਲਾ, ਮਲੇਸ਼ ਦਾ ਜਿਹੜਾ ਅੰਦਰੋਂ ਮੈਲ ਦੇ ਨਾਲ ਭਰਿਆ ਹੋਇਆ ਨੀਵੀਂ ਬਿਰਤੀ ਵਾਲਾ ਪਾਪ ਕਰਮ ਜਿਹੜਾ ਜਿਹਦੇ ਅੰਦਰ ਸੀ ਉਹ ਖਤਮ ਹੋ ਗਿਆ, ਉਹਨੂੰ ਸਫਲਤਾ ਨਾ ਮਿਲੀ, ਉਹ ਨਿਰਾਸ਼ ਹੋ ਗਿਆ। ਆਇਆ ਇਸ ਆਸ ਦੇ ਨਾਲ ਸੀ, ਜਾਂ ਉਹਨੇ ਇਹ ਕਾਰਜ ਇਸ ਆਸ ਨਾਲ ਕੀਤਾ ਸੀ ਕਿ ਸਾਹਿਬਜ਼ਾਦੇ ਦਾ ਨੁਕਸਾਨ ਹੋ ਜਾਏਗਾ, ਮੈਨੂੰ ਬੜਾ ਵੱਡਾ ਇਨਾਮ ਮਿਲ ਜਾਏਗਾ, ਪਰ ਉਹ ਪਿਆ ਨਿਰਾਸ਼, ਉਹਦੀ ਆਸ ਪੂਰੀ ਨਾ ਹੋਈ। ਇਹਨੂੰ ਬਾਬਾ ਪਿਰਥੀ ਚੰਦ ਜੀ ਨੇ ਚੁੱਕਿਆ ਸੀ। ਸਤਿਗੁਰੂ ਸਾਹਿਬ ਜੀ ਨੇ ਸਮੁਖਵਾਕ ਦੇ ਅੰਦਰ ਘਟਨਾ ਦਾ ਜ਼ਿਕਰ ਕਰਕੇ ਜੋ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਦੇ ਨਾਲ ਵਾਪਰੀ, ਜਾਂ ਉਸ ਬ੍ਰਾਹਮਣ ਦੇ ਰਾਹੀਂ ਜੋ ਵਰਤਾਈ ਗਈ, ਸਤਿਗੁਰੂ ਜੀ ਨੇ ਜ਼ਿਕਰ ਇੱਥੇ ਰੱਬੀ ਪਿਆਰਿਆਂ ਦਾ ਕੀਤਾ। ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਉਹ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਓਟ ਆਸਰਾ ਨਹੀਂ ਲੈਂਦੇ, ਉਹ ਪ੍ਰਮਾਤਮਾ ਦੀ ਹਰ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਨੇ। ਉਹ ਇਹ ਗੱਲ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਜਿਹੜਾ ਹੈ ਜੋ ਕਰਦਾ ਹੈ ਉਹੀ ਸਾਨੂੰ ਖਿੜੇ ਮੱਥੇ ਪ੍ਰਵਾਨ ਹੈ, ਤੇ ਪ੍ਰਮਾਤਮਾ ਨੇ ਰੱਖਿਆ ਕੀਤੀ। ਸਤਿਗੁਰੂ ਜੀ ਨੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਬਚਨ ਕਿ ਹਰ ਜਨ ਰਾਖੇ ਪਾਰ ਬ੍ਰਹਮ ਆਪ, ਭਈ ਪ੍ਰਮਾਤਮਾ ਨੇ ਆਪਣੇ ਸੇਵਕ ਨੂੰ ਆਪ ਹੀ ਬਚਾ ਲਿਆ ਹੈ। ਪਾਪੀ ਮੂਆ ਗੁਰ ਪ੍ਰਤਾਪ, ਤੇ ਪਾਪ ਕਰਨ ਜਾਂ ਪਾਪ ਦੀ ਨੀਅਤ ਨਾਲ ਜਿਹੜਾ ਵਿਅਕਤੀ ਆਇਆ ਸੀ ਉਹ ਸਤਿਗੁਰੂ ਦੀ ਕਿਰਪਾ ਸਦਕਾ ਪ੍ਰਤਾਪ ਸਦਕਾ ਮਰ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਵਿੱਤਰ ਮੁੱਖ ਵਾਕ ਰੱਬੀ ਪਿਆਰਿਆਂ ਦੇ ਸੁਭਾਅ ਨੂੰ ਜਿੱਥੇ ਪ੍ਰਗਟ ਕਰਦਾ ਕਿ ਰੱਬ ਦੇ ਪਿਆਰੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਓਟ ਆਸਰਾ ਨਹੀਂ ਲੈਂਦੇ। ਦੇਖੋ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਸਾਨੂੰ ਗਿਆਨ ਦਿੱਤਾ ਹੈ, ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਤੁਹਾਨੂੰ ਕੋਈ ਮਾਰ ਨਹੀਂ ਸਕਦਾ, ਤੁਹਾਡੇ ਪਾਸੋਂ ਕੋਈ ਜ਼ਿੰਦਗੀ ਖੋਹ ਨਹੀਂ ਸਕਦਾ। ਰੋਟੀ ਰੋਜੀ ਪਰਮਾਤਮਾ ਨੇ ਦੇਣੀ ਹੈ, ਉਹ ਤੁਹਾਡੀ ਕੋਈ ਖੋਹ ਨਹੀਂ ਸਕਦਾ। ਤੁਸੀਂ ਹਿੰਮਤ ਕਰੋਗੇ ਪ੍ਰਮਾਤਮਾ ਰਸਤੇ ਦਰਸਾਈ ਜਾਏਗਾ। ਸੁਖਮਨੀ ਸਾਹਿਬ ਜੀ ਵਿੱਚ ਸਤਿਗੁਰੂ ਜੀ ਦੇ ਬਚਨ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹੇ ਅਗਾਏ, ਬਉਲ ਨਾ ਤ੍ਰਿਸ਼ਨਾ ਲਾਗੇ ਆਏ, ਮਾਰੈ ਰਾਖੈ ਏਕੋ ਆਪ, ਮਾਨੁ ਕਹਿ ਕਿਛ ਨਹੀਂ ਆਤ। ਦੋ ਚਿੰਤਾਵਾਂ ਮਨੁੱਖ ਨੂੰ ਸਾਰੀ ਜ਼ਿੰਦਗੀ ਲੱਗੀਆਂ ਰਹਿੰਦੀਆਂ ਨੇ। ਸਭ ਤੋਂ ਵੱਡੀ ਚਿੰਤਾ ਮੌਤ ਦੀ ਹੈ ਕਿ ਮੌਤ ਨਾ ਆ ਜਾਏ ਕਿਤੇ। ਮੌਤ ਦਾ ਡਰ ਹਮੇਸ਼ਾ ਮਨੁੱਖ ਦੇ ਅੰਦਰ ਬੈਠਾ ਹੀ ਰਹਿੰਦਾ, ਹਰ ਵੇਲੇ ਬੈਠਾ ਰਹਿੰਦਾ ਹੈ। ਇੱਕ ਮਨੁੱਖ ਨੂੰ ਮੌਤ ਦੀ ਚਿੰਤਾ, ਕੋਈ ਨਾ ਮਾਰ ਦੇਵੇ, ਕੋਈ ਬਿਮਾਰੀ ਨਾ ਲੱਗ ਜੇ, ਮੈਂ ਮਰ ਨਾ ਜਾਵਾਂ, ਨੁਕਸਾਨ ਨਾ ਹੋ ਜੇ, ਹਮੇਸ਼ਾ ਹੀ ਹਰ ਮਨੁੱਖ ਦੇ ਅੰਦਰ ਇਹ ਖਿਆਲ ਰਹਿੰਦਾ। ਦੂਜੀ ਚਿੰਤਾ ਮਨੁੱਖ ਨੂੰ ਰਿਜ਼ਕ ਦੀ ਲੱਗੀ ਰਹਿੰਦੀ ਹੈ ਕਿ ਪਤਾ ਨਹੀਂ ਕੰਮਕਾਰ ਚੱਲੇਗਾ ਕਿ ਨਹੀਂ, ਰੋਟੀ ਮਿਲੇਗੀ ਕਿ ਨਹੀਂ। ਸਾਨੂੰ ਸਾਡੇ ਸਤਿਗੁਰੂ ਜੀ ਨੇ ਵਾਹਿਗੁਰੂ ਦਾ ਆਸਰਾ ਲੈ ਕੇ ਕਿਰਤ ਕਰਨ ਦੀ ਪ੍ਰੇਰਣਾ ਕੀਤੀ ਹੈ। ਨਾਮ ਜਪੋ ਤੇ ਕਿਰਤ ਕਰੋ, ਕਿਰਤ ਕਰਨ ਦੀ ਪ੍ਰੇਰਣਾ ਕੀਤੀ ਹੈ। ਜਦੋਂ ਅਸੀਂ ਕਿਰਤ ਤੇ ਭਰੋਸਾ ਰੱਖਾਂਗੇ, ਕਿਰਤ ਦੇ ਉੱਪਰ ਸੱਚ ਜਾਣਨਾ, ਰੋਟੀ ਪ੍ਰਮਾਤਮਾ ਨੇ ਦੇਣੀ ਹੈ। ਵੇਲੜਾ ਨੂੰ ਰੋਟੀ ਮਿਲੀ ਜਾਂਦੀ ਤੇ ਕਿਰਤੀ ਨੂੰ ਕਿਉਂ ਨਹੀਂ ਮਿਲੇਗੀ? ਕਿਰਤੀ ਬੰਦਾ ਕਦੀ ਭੁੱਖਾ ਨਹੀਂ ਮਰ ਸਕਦਾ। ਕਿਰਤੀਆਂ ਦਾ ਇਤਿਹਾਸ ਪੜ੍ਹ ਲਓ ਤੁਸੀਂ, ਇੱਕ ਗੱਲ ਚੇਤੇ ਰੱਖਣਾ।
ਸਰਮਾਏਦਾਰੀ ਸਿਸਟਮ ਨੇ ਹਮੇਸ਼ਾ ਹੀ ਕਿਰਤੀਆਂ ਨੂੰ ਖਤਮ ਕਰਨ ਦਾ ਯਤਨ ਕੀਤਾ। ਇਹ ਹਮੇਸ਼ਾ ਸੰਘਰਸ਼ ਰਿਹਾ। ਤੁਸੀਂ ਪੂਰਬਲਾ ਇਤਿਹਾਸ ਵੀ ਪੜ੍ਹ ਲਓ, ਕਿਉਂਕਿ ਸਰਮਾਏਦਾਰ ਲੋਕ ਜਿਹੜੇ ਨੇ ਉਹ ਮੌਜਾਂ ਮਾਣਦੇ ਨੇ ਕਿਰਤੀਆਂ ਦੇ ਸਿਰ ਤੇ ਉਹ ਨਹੀਂ ਸੋਚਦੇ ਕਿ ਕਿਰਤੀ ਕਦੀ ਸਿਰ ਉੱਚਾ ਉਠਾ ਕੇ ਉਹਨਾਂ ਦੇ ਸਾਹਮਣੇ ਚੱਲ ਸਕੇ ਜਾਂ ਕਿਰਤੀ ਕਦੀ ਉੱਚਾ ਉੱਠ ਸਕੇ। ਉਹ ਨਹੀਂ ਕਦੀ ਚਾਹੁੰਦੇ, ਕਿਉਂਕਿ ਉਹ ਚਾਹੁੰਦੇ ਨੇ ਕਿ ਕਿਰਤੀ ਸਾਡੇ ਅੱਗੇ ਝੁਕਿਆ ਰਹੇ, ਸਾਡੀਆਂ ਬੁੱਤੀਆਂ ਕਰਦਾ ਰਹੇ, ਅਸੀਂ ਵਿਹਲੇ ਮੌਜ ਮੇਲਾ ਮਾਣਦੇ ਰਹੀਏ, ਉਹਨਾਂ 'ਚ ਜਾਗਰਤੀ ਨਹੀਂ ਆਉਣੀ ਚਾਹੀਦੀ। ਇਹ ਹਮੇਸ਼ਾ ਮਨੁੱਖੀ ਸਮਾਜ ਦਾ ਵਰਤਾਰਾ ਰਿਹਾ ਹੈ ਕਿ ਕਿਰਤੀ ਨੂੰ ਦਬਾਇਆ ਗਿਆ ਹੈ। ਵਿਹਲੜ ਅਖੌਤੀ ਧਾਰਮਿਕ ਲੋਕ ਤੇ ਅਖੌਤੀ ਜਿਹੜੇ ਸਰਮਾਏਦਾਰੀ ਸਿਸਟਮ ਤੇ ਕਾਬੂ ਲੋਕ ਨੇ, ਉਹ ਚਾਹੁੰਦੇ ਨੇ ਕਿ ਇਹ ਲੋਕ ਦੱਬੇ ਰਹਿਣ, ਮਨੁੱਖਤਾ ਦੱਬੀ ਰਹੇ, ਅਸੀਂ ਇਹਨਾਂ ਨੂੰ ਗੁਲਾਮ ਬਣਾ ਕੇ ਜ਼ਿੰਦਗੀ ਬਤੀਤ ਕਰਦੇ ਰਹੀਏ। ਉਹ ਕਦੀ ਨਹੀਂ ਚਾਹੁੰਦੇ, ਉਹਨਾਂ ਨੇ ਹਮੇਸ਼ਾ ਖਤਮ ਕਰਨ ਦਾ ਯਤਨ ਕੀਤਾ। ਲੇਕਿਨ ਕਿਰਤੀ ਨੂੰ ਕਦੀ ਕੋ ਮਾਰ ਨਹੀਂ ਸਕਦੇ, ਗੱਲ ਚੇਤੇ ਰੱਖਣਾ। ਵੱਡੇ ਵੱਡੇ ਇਨਕਲਾਬ ਦੇਖ ਲਓ ਤੁਸੀਂ, ਬੜੀ ਤਗੜੀ ਉਦਾਹਰਨ ਆਪਾਂ ਦੇਖਦੇ, ਵੱਡੇ ਵੱਡੇ ਤੂਫਾਨ ਆਉਂਦੇ ਨੇ, ਕਿਰਤੀ ਫਿਰ ਆਪਣੀ ਮਿਹਨਤ ਦੇ ਨਾਲ ਉੱਚਾ ਉੱਠ ਜਾਂਦਾ, ਕਿਉਂਕਿ ਕਿਰਤੀ ਦੇ ਹੱਥਾਂ 'ਚ ਇੱਕ ਕਰਾਮਾਤ ਹੁੰਦੀ ਹੈ। ਗੁਰਬਾਣੀ ਕਹਿੰਦੀ ਕਿਰਤ ਕਰੋ, ਤੁਸੀਂ ਕਿਰਤ ਕਰੋ, ਰੋਟੀ ਪ੍ਰਮਾਤਮਾ ਦੇ ਹੱਥ ਵਿੱਚ ਹੈ। ਮਾਰੇ ਰਾਖੇ ਏਕੋ ਆ, ਮਨ ਕਹਿ ਕਿਛ ਨਹੀਂ ਆਤ। ਮਾਰਨਾ ਰੱਖਣਾ ਪ੍ਰਮਾਤਮਾ ਦੇ ਹੱਥ ਵਿੱਚ, ਪ੍ਰਮਾਤਮਾ ਦੇ ਭਰੋਸੇ ਤੇ ਜ਼ਿੰਦਗੀ ਬਤੀਤ ਕਰੋ। ਐਵੇਂ ਡਰ ਨਾ ਰੱਖੋ ਮਨ 'ਚ। ਜ਼ਿੰਦਗੀ ਮੌਤ ਪ੍ਰਮਾਤਮਾ ਦੇ ਹੱਥ ਵਿੱਚ ਹੈ, ਦੇਵਣ ਵਾਲਾ ਪ੍ਰਮਾਤਮਾ ਹੈ, ਕਿਸੇ ਮਨੁੱਖ ਦੀ ਮੁਤਾਜਗੀ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਆਪਣੀ ਕਿਰਤ ਨਾਲ ਜੁੜ ਜਾਓਗੇ, ਸੱਚ ਜਾਣਨਾ ਵਿਰੋਧੀ ਜਾਂ ਐਵੇਂ ਕਹਿ ਲਓ ਜਿਹੜੇ ਨਿੰਦਕ ਹੁੰਦੇ ਨੇ ਜਾਂ ਮਾੜੇ ਸੁਭਾਅ ਵਾਲੇ ਨੇ, ਹਮੇਸ਼ਾ ਨੁਕਸਾਨ ਕਰਨਾ ਚਾਹੁੰਦੇ ਨੇ। ਇਹ ਸ਼ਬਦ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਜੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੱਲੋਗੇ, ਨਿੰਦਕ ਆਪਣੇ ਆਪ ਹੀ ਖਤਮ ਹੁੰਦੇ ਜਾਣਗੇ, ਉਹ ਤੁਹਾਡਾ ਕੁਝ ਵਿਗਾੜ ਨਹੀਂ ਸਕਣਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਵੱਡੀ ਘਟਨਾ ਇੱਥੇ ਅੰਕਿਤ ਕਰਦਿਆਂ ਹੋਇਆਂ ਰੱਬੀ ਪਿਆਰਿਆਂ ਦਾ ਜੋ ਸੁਭਾਅ ਹੈ ਉਸ ਨੂੰ ਅੰਕਿਤ ਕੀਤਾ ਹੈ। ਸਤਿਗੁਰੂ ਜੀ ਦੇ ਜੀਵਨ 'ਚ ਹੋਰ ਬੜੀਆਂ ਘਟਨਾਵਾਂ ਨੇ। ਗੁਰੂ ਸਾਹਿਬ ਜੀ ਦਾ ਹੋਰ ਇਤਿਹਾਸ ਪੜ੍ਹ ਕੇ ਦੇਖੋ, ਰੱਬੀ ਪਿਆਰਿਆਂ ਦਾ ਇਤਿਹਾਸ ਪੜ੍ਹੇ ਦੇਖੋ, ਜਿਨ੍ਹਾਂ ਨੇ ਪ੍ਰਮਾਤਮਾ ਦਾ ਓਟ ਆਸਰਾ ਲਿਆ, ਪ੍ਰਮਾਤਮਾ ਹਮੇਸ਼ਾ ਉਹਨਾਂ ਦਾ ਮਦਦਗਾਰ ਬਣਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਹੜਾ ਨਿਰਭਉ ਦੇ ਪਿਆਰ ਜੁੜ ਜਾਂਦਾ, ਉਹਦੇ ਸਾਰੇ ਡਰ ਕੱਟੇ ਜਾਂਦੇ। ਉਹਨੂੰ ਕੋਈ ਮੌਤ ਦਾ ਡਰ ਨਹੀਂ ਰਹਿ ਜਾਂਦਾ, ਕਿਸੇ ਨਿੰਦਕ ਦਾ ਡਰ ਨਹੀਂ ਰਹਿ ਜਾਂਦਾ, ਉਹਨੂੰ ਕਿਸੇ ਰਿਜ਼ਕ ਦਾ ਡਰ ਨਹੀਂ ਰਹਿ ਜਾਂਦਾ। ਔਰ ਗੁਰਬਾਣੀ ਦਾ ਇਹ ਮੁਖਵਾਕ ਸਾਨੂੰ ਇਹ ਉਪਦੇਸ਼ ਦਿੰਦਾ ਹੈ ਕਿ ਆਪਾਂ ਜ਼ਿੰਦਗੀ ਦੇ ਅੰਦਰ ਓਟ ਆਸਰਾ ਕੇਵਲ ਇੱਕ ਪ੍ਰਮਾਤਮਾ ਦਾ ਲਈਏ। ਬਾਕੀ ਮੌਤ ਜ਼ਿੰਦਗੀ ਪ੍ਰਮਾਤਮਾ ਦੇ ਹੱਥ ਹੈ। ਜਿੰਨਾ ਚਿਰ ਪ੍ਰਮਾਤਮਾ ਨੇ ਧਰਤੀ 'ਤੇ ਰੱਖਣਾ, ਕੋਈ ਸਾਨੂੰ ਮਾਰ ਨਹੀਂ ਸਕਦਾ। ਤੇ ਜਦੋਂ ਸਾਡੀ ਜ਼ਿੰਦਗੀ ਸੰਪੂਰਨ ਹੋ ਗਈ, ਕੋਈ ਸਾਨੂੰ ਰੱਖ ਨਹੀਂ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੇ ਪਰਮਾਤਮਾ ਆਪਣੇ ਪਿਆਰਿਆਂ ਦੀ ਇਵੇਂ ਰੱਖਿਆ ਕਰਦੇ ਜਿਵੇਂ ਮਾਂ ਪਿਓ ਆਪਣੇ ਬੱਚਿਆਂ ਦਾ ਰਖਵਾਲਾ ਬਣਦਾ। ਮਾਂ ਪਿਓ ਪ੍ਰਤਪਾਲਣਾ ਵੀ ਕਰਦਾ, ਮਾਂ ਪਿਓ ਬੱਚਿਆਂ ਦੀ ਰੱਖਿਆ ਵੀ ਕਰਦਾ। ਪਰਮਾਤਮਾ ਆਪਣੇ ਸੇਵਕਾਂ ਦੀ ਪ੍ਰਤਪਾਲਣਾ ਵੀ ਕਰਦਾ, ਹਰ ਤਰੀਕੇ ਦੇ ਨਾਲ ਪ੍ਰਤਪਾਲਣਾ ਕਰਦਾ ਹੈ। ਤੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹਨਾਂ ਦੀ ਹਮੇਸ਼ਾ ਜੈ ਜੈਕਾਰ ਹੁੰਦੀ ਹੈ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਵਾਹਿਗੁਰੂ ਧਰਮੀਆਂ ਦਾ ਜੈਕਾਰ ਕਰਦਾ। ਧਰਮੀਦਰ ਜਿਹੜੇ ਰੱਬ ਦੇ ਭਰੋਸੇ ਤੇ ਰਹਿਣ ਵਾਲੇ, ਗੁਰੂ ਰਾਮਦਾਸ ਜੀ ਨੇ ਉਦਾਹਰਨਾਂ ਦਿੱਤੀਆਂ, ਭਗਤ ਨਾਮਦੇਵ ਜੀ ਦੀ ਉਦਾਹਰਨ ਦਿੱਤੀ ਹੈ, ਪ੍ਰਹਿਲਾਦ ਦੀ ਉਦਾਹਰਨ ਦਿੱਤੀ ਹੈ, ਹੋਰ ਬੇਅੰਤ ਉਦਾਹਰਨਾਂ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਅੰਕਿਤ ਕੀਤੀਆਂ ਨੇ। ਸਮੁੱਚੀ ਗੁਰਬਾਣੀ ਦਾ ਮਕਸਦ ਇਹ ਹੈ ਕਿ ਸਾਡੇ ਅੰਦਰ ਪਰਮਾਤਮਾ ਦਾ ਭਰੋਸਾ ਪੈਦਾ ਹੋ ਸਕੇ। ਅਸੀਂ ਜ਼ਿੰਦਗੀ ਅੰਦਰ ਉਸ ਪਰਮ ਪਿਤਾ ਪਰਮਾਤਮਾ ਦੇ ਭਰੋਸੇ ਤੇ ਇਸ ਜ਼ਿੰਦਗੀ ਅੰਦਰ ਨਿਰਭਉ ਹੋ ਕੇ ਵਿਚਰੀਏ। ਅੰਦਰ ਕੋਈ ਡਰ ਜਾਂ ਕੋਈ ਸਹਿਮ ਸਾਡੇ ਅੰਦਰ ਨਾ ਰਹੇ। ਮਨੁੱਖ ਤਾਂ ਸਹਿਮ ਦੇ ਅੰਦਰ ਜਿਉ ਰਿਹਾ, ਹਰ ਮਨੁੱਖ ਦੇ ਅੰਦਰ ਕੋਈ ਨਾ ਕੋਈ ਚਿੰਤਾ, ਕੋਈ ਨਾ ਕੋਈ ਸਹਿਮ ਹੈ। ਸਹਿਮ ਦੇ ਵਿੱਚ ਜਾਂ ਐਵੇਂ ਕਹਿ ਲਓ ਡਰ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਣਾ ਕੋਈ ਜ਼ਿੰਦਗੀ ਦਾ ਆਨੰਦ ਨਹੀਂ ਹੈ। ਜ਼ਿੰਦਗੀ ਉਹ ਹੈ ਜਿਹੜੀ ਬੇਪਰਵਾਹੀ ਨਾਲ ਜਿਉਈ ਜਾਏ। ਉਹ ਬੇਪਰਵਾਹੀ ਵਾਲੀ ਜ਼ਿੰਦਗੀ ਜਾਂ ਐਵੇਂ ਕਹਿ ਲਓ ਭਉ ਤੋਂ ਰਹਿਤ ਜ਼ਿੰਦਗੀ ਜਿਹੜੀ ਹੈ, ਜਿਹਨੂੰ ਆਪਾਂ ਕਹਿ ਸਕਦੇ ਅਪੈ ਪਦਵੀ ਜਿਹੜੀ ਪ੍ਰਾਪਤ ਕਰਨ ਵਾਲੀ ਜ਼ਿੰਦਗੀ ਹੈ, ਉਹ ਤਾਂ ਮਿਲੇਗੀ ਜੇ ਆਪਾਂ ਓਟ ਆਸਰਾ ਪਰਮਾਤਮਾ ਦਾ ਲਵਾਂਗੇ। ਸਤਿਗੁਰੂ ਜੀ ਨੇ ਇਸ ਮੁਖਵਾਕ ਰਾਹੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਉਸ ਘਟਨਾ ਦਾ ਜ਼ਿਕਰ ਕਰਦੇ ਹਾਂ। ਸਾਨੂੰ ਇਹ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਪ੍ਰੇਰਣਾ ਕੀਤੀ ਹੈ ਕਿ ਜੇ ਜੁੜ ਜਾਓਗੇ, ਪਰਮਾਤਮਾ ਮਾਂ ਪਿਓ ਬਣ ਕੇ ਤੁਹਾਡੀ ਰੱਖਿਆ ਕਰੇਗਾ। ਨਿੰਦਕ ਆਪਣੇ ਆਪ ਹੀ ਪਚਦੇ ਚਲੇ ਜਾਣਗੇ, ਖਤਮ ਹੁੰਦੇ ਜਾਣਗੇ। ਨਿੰਦਕਾਂ ਦਾ ਸੁਭਾਅ ਨਿੰਦਾ ਕਰਨਾ। ਰੱਬ ਦਾ ਪਿਆਰਾ ਤੇ ਇਹ ਗੱਲ ਕਹਿੰਦਾ ਕਿ ਇਹਨੂੰ ਰੱਬ ਨੇ ਸੁਭਾਅ ਹੀ ਇਹੋ ਜਿਹਾ ਦਿੱਤਾ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰੱਬ ਦਾ ਪਿਆਰਾ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦਾ। ਜੇ ਕੋਈ ਉਹਦਾ ਬੁਰਾ ਵੀ ਲੋਚਦਾ, ਉਹਦੀ ਨਿੰਦਾ ਵੀ ਕਰਦਾ, ਤੇ ਰੱਬ ਦਾ ਪਿਆਰਾ ਕੋਈ ਉਹਨੂੰ ਬੁਰਾ ਭਲਾ ਨਹੀਂ ਕਹਿਣ ਲੱਗ ਪੈਂਦਾ ਜਾਂ ਉਹਦੀ ਵਿਰੋਧਤਾ ਨਹੀਂ ਕਰਨ। ਸਤਿਗੁਰੂ ਜੀ ਨੇ ਦੇਖੋ ਇੱਥੇ ਕੋਈ
उस ब्राह्मण नूं माड़ा नहीं किया, उन्होंने को बुरा नहीं किया। हाँ, उहदे सुभाਅ का जिक्र जरूर किया कि अंदरों वो पापी है जां अंदरों वो दुष्ट है, बाहरों ब्राह्मण है, लेकिन उन्होंने को बुरा नहीं किया। पर यह चर्चा जरूर की है कि वह अंदरों पापी सी ते वाहिगुरु के हुक्म च आप ही खत्म हो गया, वाहिगुरु के प्रताप सरका आप मिट गया। सतगुरु जी मेहर करन, गुरु के ये अमृत बचन साडे हिरदे च वसन। जिंदगी अंदर जिते आपां किरत करनी है, किरत करदिआं उस परम पिता परमात्मा के शुकराने च हमेशा जुड़े रहना है। उठदिआं बैठदिआं उहदे प्यार च विचरांगे तो हर कारज विच मददगार परमात्मा आप बनता है। जो परमात्मा दे बन जाइए हर कारज ही परमात्मा का बन जाता है। संतां के कारज आप खलोया, हर कम करावन आया राम, हर कारज परमात्मा का बन जाता है। सतगुरु जी बख्शिश करने ये बचन साडे हिरदे च वसन। इन्नियां बेनतियां प्रवान करनियां जी, वो भुल चुक दी खिमा। सतगुरु पातशाह जी समूह संगतां नूं अपने दरों करो नाम बाणी का प्यार बख्श के कृतार्थ करन। सत संगत ਅਤੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ, ਘਰਾਂ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਪਿਆਰ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।